जिस मकसद ਦੇ ਨਾਲ ਮੈਂ ਆਇਆ ਸੀ ਉਹ ਮਕਸਦ ਪੂਰਾ ਨਹੀਂ ਹੋ ਪਾਇਆ ਔਰ ਮੈਨੂੰ ਅਫਸੋਸ ਹੈ ਦੁੱਖ ਹੈ ਇਸ ਗੱਲ ਦਾ ਕਿ ਸਰਕਾਰ ਬਣਨ ਤੋਂ ਬਾਅਦ ਕਿਸੇ ਨੇ ਇਸ ਮੁੱਦੇ ਤੇ ਉੱਤੇ ਕੋਈ ਗੱਲ ਮੇਰੇ ਨਾਲ ਨਹੀਂ ਕੀਤੀ। ਅੱਜ ਦੀ ਤਾਰੀਖ ਦੇ ਵਿੱਚ ਹਰ ਛੋਟੇ ਮੁੱਦੇ ਤੇ ਫਰੀਦਕੋਟ ਦੀ ਅਦਾਲਤ ਦੇ ਵਿੱਚ, ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਮੈਂ ਨਿੱਜੀ ਤੌਰ ਤੇ ਐਡਵੋਕੇਟ ਕਰਕੇ ਹਰ ਥਾਂ ਤੇ ਜਾ ਰਿਹਾ। ਮੈਂ ਨਹੀਂ ਸੋਚਿਆ ਸੀ ਕਿ ਸਾਡੀ ਸਰਕਾਰ ਜਦੋਂ ਬਣ ਜਾਊਗੀ ਤਾਂ ਮੈਨੂੰ ਵਕੀਲ ਲੈ ਕੇ ਮੈਂ ਆਪ ਵੀ ਵਕਾਲਤ ਜੁਆਇਨ ਕੀਤੀ ਹੈ, ਠੀਕ ਹੈ। ਉਹਨਾਂ ਦੀ ਫੀਸ ਵੀ ਦਿਲਾਉਂਦੀ ਹੁੰਦੀ ਹੈ, ਮੈਂ ਸੱਚਾਈ ਤੁਹਾਨੂੰ ਬੋਲਦਾ, ਠੀਕ ਹੈ ਕਿ ਨਹੀਂ। ਲੋਕਾਂ ਨੂੰ ਹੱਥ ਜੋੜ ਕੇ ਅੱਜ ਮੈਨੂੰ ਚੰਦਾ ਇਕੱਠਾ ਕਰਕੇ ਫਿਰ ਐਡਵੋਕੇਟਸ ਦੀ ਫੀਸ ਮਤਲਬ ਦੇਣੀ ਪੈਂਦੀ। ਭਗਵੰਤ ਮਾਨ ਜੀ ਨੇ ਉਸ ਦਿਨ ਕਿਹਾ ਸੀ ਜਿਸ ਦਿਨ ਜੁਆਇਨਿੰਗ ਹੋਈ ਸੀ ਮੇਰੀ ਕਿ ਜੋ ਕੰਮ ਬਤੌਰ ਅਫਸਰ ਨਹੀਂ ਕਰ ਪਾਏ परमात्मा की मर्जी के नाल अपनी कलमी करनगे। लेकिन एक बारी गल जरूर करनी चाहिए सी। इस वेले भगवंत मान ते कुंवर विजय प्रताप सिंह आमने सामने हो गए ने जी। एक दी जीत होनी है, जीत ओदी होगी जो गुरु गोबिंद सिंह जी चाहते। ਤੁਹਾਡੇ ਤੇ ਪ੍ਰੈਸ਼ਰ ਨਹੀਂ ਰਹਿੰਦਾ ਕਿਸੇ ਤਰ੍ਹਾਂ ਦਾ ਕਿ ਕਿਉਂ ਬੋਲਦੇ ਹੋ, ਇੰਨੀ ਬੇਬਾਕੀ ਕਿਉਂ ਵਿਖਾਉਂਦੇ ਹੋ ਕਿ ਇਹ ਬੇਬਾਕੀ ਪੋਲਿਟਿਕਸ 'ਚ ਚੱਲਦੀ ਹੈ? लेकिन अपनी बेबाकी, अपनी काबलियत, अपनी एफिशिएंसी, अपनी इंटीग्रिटी ते मैं कोई समझौता नहीं कर सकता। ਤੇ ਜਿਸ ਕ੍ਰਾਂਤੀ ਨਾਲ ਤੁਸੀਂ ਚੱਲ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਪਾਰਟੀ ਤੁਹਾਨੂੰ ਸਾਈਡਲਾਈਨ ਕਰ ਰਹੀ ਹੈ? ਸਾਈਡਲਾਈਨ ਕਈ ਲੋਕ ਇਹ ਵੀ ਸਵਾਲ ਕਰਦੇ ਨੇ, ਜੇ ਕਾਬਿਲ ਬੰਦਾ, ਇਹ ਕਾਬਿਲ ਅਫਸਰ ਰਿਹਾ ਹੈ, ਹੁਣ ਵਿਧਾਇਕ ਹੈ, ਇਹਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ? ਗ੍ਰਹਿ ਵਿਭਾਗ ਹੋਣਾ ਚਾਹੀਦਾ ਤੁਹਾਡੇ ਕੋਲ। नहीं बनना, गृह मंत्री बनना नहीं बनना है। तो मैं अपनी पार्टी ਦੇ ਵਿੱਚ ਵੀ ਇਹੀ ਬੋਲਦਾ ਹਾਂ ਕਿ ਜੋ ਅਸੀਂ ਬੋਲ ਕੇ ਆਏ ਹਾਂ ਅਸੀਂ ਕਰੀਏ, ਨਹੀਂ ਤਾਂ ਲੋਕਾਂ ਨੇ ਦੇਖੋ ਇਹ ਕੋਈ ਬਿਜਲੀ 200-300 ਯੂਨਿਟ ਫ੍ਰੀ ਲੈ ਕੇ ਪੰਜਾਬ ਦੇ ਲੋਕ ਦੇਖੋ ਇਹ ਤਾਂ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਠੀ ਚਾਹ ਦਾ ਲੰਗਰ ਲਗਾ ਦਿੰਦੇ ਨੇ। ਉਹਨਾਂ ਲੋਕਾਂ ਵਾਸਤੇ ਦੇਖੋ 200-300 ਯੂਨਿਟ ਬਿਜਲੀ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ 60% ਲੋਕਾਂ ਨੂੰ ਤਾਂ ਬਾਦਲ ਸਾਹਿਬ ਨੇ ਵੀ ਫ੍ਰੀ ਬਿਜਲੀ ਦਿੱਤੀ ਸੀ। ਜੋ ਗਠਜੋੜ ਕ੍ਰਿਮੀਨਲਸ ਤੇ ਮਾਫੀਆ ਦੇ ਨਾਲ ਅੱਜ ਦੀ ਤਾਰੀਖ ਦੇ ਵਿੱਚ ਹੈ, ਉਹ 5 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਜਿਹੜਾ ਸੀਗਾ ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਫਰਕ ਨਹੀਂ। ਔਰ ਮੈਂ ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਨੂੰ, ਡੀਜੀਪੀ ਸਾਹਿਬ ਨੂੰ, ਡੀਜੀਪੀ ਸਾਹਿਬ ਦੇ ਦਫ਼ਤਰ ਨੂੰ ਇਨ ਰਾਈਟਿੰਗ, ਓਰਲੀ ਹਰ ਚੀਜ਼ ਉਹਨਾਂ ਦੀ ਨੋਟਿਸ ਦੇ ਵਿੱਚ ਮੈਂ ਲਿਆ ਚੁੱਕਿਆ ਹਾਂ। ਜਦੋਂ ਵੀ ਸਰਕਾਰ ਆਉਂਦੀ ਹੈ ਨਾ, ਕੈਪਟਨ ਸਾਹਿਬ ਆਏ, ਅਕਾਲੀਆਂ ਨੂੰ ਫੜ ਕੇ ਅੰਦਰ ਦੇਣਾ ਸ਼ੁਰੂ ਕੀਤਾ। ਸਾਡੀ ਸਰਕਾਰ ਵੀ ਆਈ ਹੋਈ ਹੈ, ਠੀਕ ਹੈ ਕਿ ਨਹੀਂ। ਅਸੀਂ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਰਹੇ ਹਾਂ, ਉਹਨਾਂ ਦੇ ਮੰਤਰੀ ਨੂੰ, ਠੀਕ ਹੈ ਕਿ ਨਹੀਂ। ਲੇਕਿਨ ਅਸੀਂ ਸਭ ਤੋਂ ਪਹਿਲਾਂ ਕੰਸੈਂਟਰੇਟ ਕਰਨਾ ਚਾਹੀਦਾ ਹੈ ਆਪਣੇ ਗੁੱਡ ਗਵਰਨੈਂਸ ਤੇ, ਕਿ ਕੀ ਸਾਡੀ ਸਰਕਾਰ ਦੇ ਵਿੱਚ ਕਰਪਸ਼ਨ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ। ਜੋ ਪੈਸੇ ਤਹਿਸੀਲ ਕੰਪਲੈਕਸ ਦੇ ਵਿੱਚ ਚੱਲਦੇ ਸੀ 5 ਸਾਲ ਪਹਿਲਾਂ, ਅੱਜ ਵਹੀ ਚੱਲ ਰਹੇ ਨੇ, ਠੀਕ ਹੈ ਜੀ। ਹਰ ਬਰਥ ਸਰਟੀਫਿਕੇਟ बनाना है 5000 ਤੋਂ ਲੈ ਕੇ 5 ਲੱਖ ਤੱਕ ਰੇਟ, ਜੋ 5 ਸਾਲ ਪਹਿਲਾਂ ਸੀਗਾ ਅੱਜ ਵੀ ਵਹੀ ਹੈ। ਦੇਖੋ ਬੇਬਾਕੀ ਦੀ ਤੁਸੀਂ ਗੱਲ ਕੀਤੀ, ਮੈਂ ਬੇਬਾਕੀ ਦੇ ਨਾਲ ਕਹਿ ਰਿਹਾ ਕਿ ਤੁਸੀਂ ਅੰਮ੍ਰਿਤਸਰ ਦੇ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ, ਤੁਸੀਂ ਇੱਕ ਬਰਥ ਸਰਟੀਫਿਕੇਟ ਬਣਵਾਓ, ਲੁਧਿਆਣਾ ਚਲੇ ਜਾਓ, ਜਲੰਧਰ ਚਲੇ ਜਾਓ, ਇਹ ਸਾਰਿਆਂ ਨੂੰ ਪਤਾ ਹੈ ਕਿ ਇੱਕ ਦੋ ਆਦਮੀ ਨੂੰ ਫੜਨ ਦੇ ਨਾਲ ਕੁਝ ਨਹੀਂ ਹੁੰਦਾ, ਅਸੀਂ ਟ੍ਰੈਂਡ ਸੈੱਟ ਕਰਨਾ ਹੁੰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਸਾਡੇ ਨਾਲ ਪੰਜਾਬ ਦੇ ਸਾਬਕਾ IPS ਅਫਸਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ। ਬਤੌਰ ਅਫਸਰ ਵੀ ਇਹ ਬੜੀ ਬੇਬਾਕੀ ਨਾਲ ਵਿਚਰਦੇ ਸਨ। ਕਈ ਸਿਆਸਤਦਾਨ ਇਹਨਾਂ ਤੋਂ ਔਖੇ ਰਹੇ ਤੇ ਵਿਧਾਇਕ ਬਣਨ ਤੋਂ ਬਾਅਦ, ਸਿਆਸਤਦਾਨ ਬਣਨ ਤੋਂ ਬਾਅਦ ਵੀ ਇਹ ਉਸੇ ਹਿਸਾਬ ਨਾਲ ਚੱਲਦੇ ਨੇ। ਪਰ ਇਹ ਜਿਹੜੀ ਬੇਬਾਕੀ ਹੈ, ਇਹ ਪੋਲਿਟਿਕਸ 'ਚ ਕਿੰਨੀ ਚੱਲਦੀ ਹੈ, ਆਮ ਆਦਮੀ ਪਾਰਟੀ 'ਚ ਕਿਵੇਂ ਦੀ ਚੱਲ ਰਹੀ ਹੈ, ਇਸ ਬਾਰੇ ਇਹਨਾਂ ਕੋਲੋਂ ਸਵਾਲ ਪੁੱਛਾਂਗੇ। ਤੇ ਨਾਲੇ ਜਿਸ ਮਕਸਦ ਦੇ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ, ਕਿ ਉਹ ਮਕਸਦ ਇਹਨਾਂ ਦਾ ਪੂਰਾ ਹੋਇਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ, ਇਹ तमाम ਮੁੱਦੇ ਨੇ ਜੋ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ। ਮੈਨੂੰ ਯਾਦ ਹੈ ਅਰਵਿੰਦ ਕੇਜਰੀਵਾਲ ਦਾ ਬਿਆਨ, ਪੰਜਾਬ ਦੇ ਲੋਕਾਂ ਨੂੰ ਵੀ ਯਾਦ ਹੈ ਕਿ ਉਹ 24 ਘੰਟੇ ਦੀ ਗੱਲ ਕਰ ਰਹੇ ਸੀ ਕਿ ਇਨਸਾਫ ਦਿੱਤਾ ਜਾ ਸਕਦਾ ਹੈ। ਉਹਨਾਂ ਨੇ ਤੁਹਾਡਾ ਜ਼ਿਕਰ ਵੀ ਕੀਤਾ, ਤੁਸੀਂ ਪੋਸਟਰ ਬॉय ਰਹੇ ਇਸ ਪੂਰੇ ਆਮ ਆਦਮੀ ਪਾਰਟੀ ਦੇ ਇਸ ਕੈਂਪੇਨ ਦੇ, ਇਸ ਲੋਕਾਂ ਨੂੰ ਵਿਸ਼ਵਾਸ ਦਿਵਾਉਣ 'ਚ ਕਿ ਅਸੀਂ ਇਨਸਾਫ ਦਿਵਾਵਾਂਗੇ। ਦੇਖੋ ਜਿਸ ਮਕਸਦ ਦੇ ਨਾਲ ਮੈਂ ਆਇਆ ਸੀ ਉਹ ਮਕਸਦ ਪੂਰਾ ਨਹੀਂ ਹੋ ਪਾਇਆ। ਸਾਡੀ ਆਪਣੀ ਸਰਕਾਰ ਦੇ ਕੋਲ ਸਿਰਫ 1 ਮਹੀਨੇ ਦਾ ਟਾਈਮ ਸੀਗਾ ਔਰ ਮੈਨੂੰ ਅਫਸੋਸ ਹੈ, ਦੁੱਖ ਹੈ ਇਸ ਗੱਲ ਦਾ ਕਿ ਸਰਕਾਰ ਬਣਨ ਤੋਂ ਬਾਅਦ ਕਿਸੇ ਨੇ ਇਸ ਮੁੱਦੇ ਦੇ ਉੱਤੇ ਕੋਈ ਗੱਲ ਮੇਰੇ ਨਾਲ ਨਹੀਂ ਕੀਤੀ ਹੈ। ਹਾਂ, ਮੈਂ ਜ਼ਰੂਰ ਆਪਣੇ ਵੱਲੋਂ ਜਾ ਕੇ ਚਾਹੇ ਦਿੱਲੀ ਵੀ ਗਿਆ, ਚੰਡੀਗੜ੍ਹ ਵੀ ਗਿਆ, ਮੈਂ ਕੋਸ਼ਿਸ਼ ਕੀਤੀ ਹੈ ਕਿ ਹਾਂ ਇਸ ਮੁੱਦੇ ਦਾ ਸਮਾਧਾਨ ਕਰਨਾ ਚਾਹੀਦਾ ਹੈ। ਉਦੋਂ ਤਾਂ ਇਹੀ ਕਿਹਾ ਜਾਂਦਾ ਸੀ ਨਾ ਕਿ ਜੋ ਤੁਹਾਡੀ ਰਿਪੋਰਟ ਹੈ, ਕਵੈਸ ਹੋਈ ਹੈ, ਅਸੀਂ
ਹਾਈ ਕੋਰਟ ਸੁਪਰੀਮ ਕੋਰਟ ਕਰਾ ਕੇ ਜੋ ਲੜਾਈ ਤੁਸੀਂ ਲੜ ਰਹੇ ਹੋ ਉਸ ਲੜਾਈ ਨੂੰ ਅੰਜਾਮ ਤੱਕ ਲੈ ਕੇ ਤੁਸੀਂ ਇਕੱਲੇ ਜਾਵਾਂਗੇ। ਨਹੀਂ ਲੜੋਗੇ, ਤੁਹਾਡੀ ਪਾਰਟੀ ਨੇ ਕਿਹਾ ਸੀ, ਲੇਕਿਨ ਮੈਨੂੰ ਅਫਸੋਸ ਹੈ ਕਿ ਪਾਰਟੀ ਜਾਂ ਸਰਕਾਰ ਦੇ ਕਿਸੇ ਵਿਅਕਤੀ ਨੇ ਮਤਲਬ ਮੇਰੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਮੈਂ ਚੰਡੀਗੜ੍ਹ ਗਿਆ, ਦਿੱਲੀ ਗਿਆ, ਮੈਂ ਕਿਹਾ ਕਿ ਇਹ ਟਾਈਮ ਹੈ, ਜੇਕਰ ਅਸੀਂ ਕਰ ਦੇਵਾਂਗੇ ਤਾਂ ਵਧੀਆ ਹੈ, ਨਹੀਂ ਕਰਦੇ ਹਾਂ ਤਾਂ ਇਨਸਾਫ ਤਾਂ ਹੋਣਾ ਹੈ। 13 ਅਪ੍ਰੈਲ 2021 ਦਾ ਮੇਰਾ ਫੇਸਬੁੱਕ ਪੋਸਟ ਤੁਸੀਂ ਦੇਖੋ, ਮੈਂ ਲਿਖ ਦਿੱਤਾ ਸੀ ਕਿ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖ ਦਿੱਤੀ ਹੈ, ਕਿਉਂਕਿ ਬੇਅਦਬੀ ਹੋਈ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨਹੀਂ ਬਣਾਇਆ ਸੀ, ਤਾਂ ਆਪੇ ਇਨਸਾਫ ਤਾਂ ਉਹਨਾਂ ਨੇ ਕਰ ਦੇਣਾ। ਤਾਂ ਮੈਂ ਬੇਨਤੀ ਜ਼ਰੂਰ ਕੀਤੀ ਸੀ ਮਾਨਯੋਗ ਕੇਜਰੀਵਾਲ ਸਾਹਿਬ ਨੂੰ ਵੀ, ਭਗਵੰਤ ਮਾਨ ਸਾਹਿਬ ਨੂੰ ਵੀ, ਪਾਰਟੀ ਦੇ ਜਿਹੜੇ ਸਾਡੇ ਇੰਚਾਰਜ ਨੇ ਸਰਦਾਰ ਜਰਨੈਲ ਸਿੰਘ ਜੀ ਦੀ ਜਾਂ ਸਿਸੋਦੀਆ ਸਾਹਿਬ ਨੂੰ, ਕਿ ਇੱਕ ਵਾਰੀ ਅਸੀਂ ਇਸ ਮੁੱਦੇ ਤੇ ਗੱਲ ਕਰਕੇ ਇੱਕ ਮਤਲਬ ਪਲਾਨ ਬਣਾ ਕੇ ਅਸੀਂ ਕਰ ਦਿੰਦੇ ਹਾਂ, ਤਾਂ ਜੋ ਮਤਲਬ ਮੈਂ ਵੀ ਮੂੰਹ ਦਿਖਾਉਣ ਜੋਗੇ ਰਹਾਂਗਾ ਪੰਜਾਬ ਦੇ ਵਿੱਚ, ਠੀਕ ਹੈ ਕਿ ਨਹੀਂ। ਹਰ ਥਾਂ ਤੇ ਜਾ ਕੇ ਮੈਂ ਕੈਂਪੇਨਿੰਗ ਕੀਤੀ ਸੀ, ਤੇ ਐਟਲੀਸਟ ਮਤਲਬ ਪਬਲਿਕ ਨੂੰ ਲੱਗੇ, ਜਨਤਾ ਨੂੰ ਇਹ ਲੱਗੇ ਕਿ ਸਰਕਾਰ ਵੱਲੋਂ ਪ੍ਰਯਾਸ ਕੀਤਾ ਗਿਆ ਹੈ, ਠੀਕ ਹੈ। ਲੇਕਿਨ ਮੈਨੂੰ ਕੋਈ ਸਹਿਯੋਗ ਨਹੀਂ ਮਿਲਿਆ। ਮੈਨੂੰ ਦੁੱਖ ਹੋਰ ਵੀ ਹੈ ਇਸ ਚੀਜ਼ ਦਾ ਕਿ ਅੱਜ ਦੀ ਤਾਰੀਖ ਦੇ ਵਿੱਚ ਹਰ ਛੋਟੇ ਮੁੱਦੇ ਤੇ ਫਰੀਦਕੋਟ ਦੀ ਅਦਾਲਤ ਦੇ ਵਿੱਚ, ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਮੈਂ ਨਿੱਜੀ ਤੌਰ ਤੇ ਐਡਵੋਕੇਟ ਕਰਕੇ ਹਰ ਥਾਂ ਤੇ ਜਾ ਰਿਹਾ। ਸਰਕਾਰ ਮੇਰੀ ਆਪਣੀ ਹੈ, ਆਮ ਆਦਮੀ ਪਾਰਟੀ ਦੀ ਹੈ। ਇਸ ਚੀਜ਼ ਦਾ ਦੁੱਖ ਹੈ ਔਰ ਮੈਂ ਉਹਨਾਂ ਲੋਕਾਂ ਨੂੰ ਹੀ ਬੋਲਦਾ ਹਾਂ, ਮੈਂ ਔਨ ਕੈਮਰਾ ਕਈ ਵਾਰੀ ਬੋਲ ਚੁੱਕਿਆ ਕਿ ਮੈਨੂੰ ਅਫਸੋਸ ਹੈ। ਮੈਂ ਨਹੀਂ ਸੋਚਿਆ ਸੀ ਕਿ ਸਾਡੀ ਸਰਕਾਰ ਜਦੋਂ ਬਣ ਜਾਊਗੀ ਤਾਂ ਮੈਨੂੰ ਵਕੀਲ ਲੈ ਕੇ, ਮੈਂ ਆਪ ਵੀ ਵਕਾਲਤ ਜੁਆਇਨ ਕੀਤੀ ਹੈ, ਠੀਕ ਹੈ, ਔਰ ਮੈਂ ਵੀ ਵਕੀਲਾਂ ਨੂੰ ਲੈ ਜਾਂਦਾ ਹਾਂ। ਚਲੋ ਸੌਖਾ ਹੋ ਜਾਂਦਾ ਹੈ ਵਕੀਲ ਸਾਹਿਬਾਨ ਨੂੰ ਤਿਆਰ ਕਰਨਾ, ਉਹ ਕਰਨਾ, ਉਹਨਾਂ ਦੀ ਫੀਸ ਵੀ ਦਿਲਾਉਂਦੀ ਹੁੰਦੀ ਹੈ। ਮੈਂ ਸੱਚਾਈ ਤੁਹਾਨੂੰ ਬੋਲਦਾ ਹਾਂ, ਠੀਕ ਹੈ ਕਿ ਨਹੀਂ। ਲੋਕਾਂ ਨੂੰ ਹੱਥ ਜੋੜ ਕੇ ਅੱਜ ਮੈਨੂੰ ਚੰਦਾ ਇਕੱਠਾ ਕਰਕੇ ਫਿਰ ਐਡਵੋਕੇਟਸ ਦੀ ਫੀਸ ਮਤਲਬ ਦੇਣੀ ਪੈਂਦੀ ਹੈ। ਕਾਰਨ ਕਿ ਜੋ ਮੈਂ ਇਨਵੈਸਟੀਗੇਸ਼ਨ ਕਰਕੇ ਆ ਗਿਆ, ਆਧਾ ਇਨਵੈਸਟੀਗੇਸ਼ਨ ਕੁਐਸ ਹੋ ਗਿਆ ਸੀ। ਮੈਂ ਉਸ ਦੀ ਵੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ, ਅੱਜ ਤੱਕ ਕਿਸੇ ਨੇ ਉਹਦੇ ਵਿੱਚ ਇੱਕ ਲਾਈਨ ਗਲਤ ਨਹੀਂ ਠਹਿਰਾ ਸਕਿਆ ਜੀ, ਕੋਈ ਵੀ। ਮਾਨਯੋਗ ਹਾਈ ਕੋਰਟ ਦਾ ਜੋ ਫੈਸਲਾ ਆਇਆ, ਠੀਕ ਹੈ, ਅਸੀਂ ਮੰਨ ਰਹੇ ਹਾਂ, ਲੇਕਿਨ ਉਸ ਨੂੰ ਵੀ ਮੈਂ ਡਿਵੀਜ਼ਨ ਬੈਂਚ ਦੇ ਵਿੱਚ, ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਚੈਲੰਜ ਕੀਤਾ ਹੋਇਆ ਹਾਂ, ਕਿਉਂਕਿ ਫੈਸਲਾ ਮੈਰਿਟ ਤੇ ਨਹੀਂ ਹੋਇਆ ਹੈ। ਮੈਰਿਟ ਤੇ ਫੈਸਲਾ ਉਦੋਂ ਹੁੰਦਾ ਜਦੋਂ ਕੇਸ ਫਾਈਲ ਮੰਗਾ ਕੇ ਹਾਈ ਕੋਰਟ ਦੇ ਵਿੱਚ ਮਤਲਬ ਮੈਰਿਟ ਦੇਖ ਕੇ ਫਿਰ ਫੈਸਲਾ ਹੁੰਦਾ, ਠੀਕ ਹੈ ਕਿ ਨਹੀਂ। ਤੇ ਮੇਰੀ ਇਹੀ ਬੇਨਤੀ ਹੈ ਕਿ ਹਾਂ, ਜਦੋਂ ਵੀ ਫੈਸਲਾ ਹੋਵੇ ਨਾ, ਤੇ ਕੇਸ ਫਾਈਲ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਤਾਂ ਕਿਸੇ ਨੇ ਨਹੀਂ ਦੇਖਿਆ ਨਾ। ਤੇ ਇਸੇ ਗਰਾਊਂਡ ਤੇ ਮੈਂ ਅਪੀਲ ਵੀ ਫਾਈਲ ਕੀਤੀ ਹੋਈ ਹੈ। ਤੇ ਬੇਸ਼ੱਕ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੈ, ਲੇਕਿਨ ਇਸ ਲੀਗਲ ਕੋਰਟਸ ਦੇ ਵਿੱਚ ਵੀ ਜਿੱਥੇ ਜੋ ਕੰਮ ਚੱਲ ਰਿਹਾ ਹੈ, ਮੈਨੂੰ ਸੀਗਾ ਕਿ ਹਾਂ ਮਤਲਬ ਸਾਡੀ ਸਰਕਾਰ ਲੜੂਗੀ, ਸਰਕਾਰੀ ਤੌਰ ਤੇ ਲੜੂਗੀ। ਉਹ ਇਸ ਕਰਕੇ ਵੀ ਹੋ ਰਿਹਾ ਹੈ ਕਿਉਂਕਿ ਦੇਖੋ ਚੰਨੀ ਸਾਹਿਬ ਆਏ, ਉਹਨਾਂ ਨੇ ਐਡਵੋਕੇਟ ਜਨਰਲ ਦੋਸ਼ੀਆਂ ਦੇ ਵਕੀਲ ਨੂੰ ਲਗਾ ਦਿੱਤਾ। ਉਦੋਂ ਦੇ ਇੱਕ ਮੰਤਰੀ ਸਾਹਿਬ ਨੇ ਇਹ ਬਿਆਨ ਦਿੱਤਾ ਕਿ ਪਹਿਲਾਂ ਇਹ ਕੇਸ ਜਿੱਤਦੇ ਸੀਗੇ ਦੋਸ਼ੀਆਂ ਦੀ ਤਰਫੋਂ, ਤੇ ਹੁਣ ਕੇਸ ਜਿੱਤਣਗੇ ਸਰਕਾਰ ਦੀ ਤਰਫੋਂ। ਇਹ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇੱਕ ਵਕੀਲ, ਮੈਂ ਵੀ ਵਕੀਲ ਹਾਂ, ਦੇਖੋ ਕੈਪਟਨ ਸਾਹਿਬ ਨੂੰ ਵੀ ਪਤਾ ਹੈ ਕਿ ਹਾਂ, ਮੈਂ ਜਿਸ ਦਿਨ ਨੌਕਰੀ ਛੱਡੀ ਸੀ ਅਗਲੇ ਦਿਨ ਮੈਂ ਵਕੀਲ ਬਣ ਗਿਆ ਸੀ। ਮੈਂ ਬਾਰ ਕਾਉਂਸਲ ਦੇ ਵਿੱਚ ਆਪਣਾ ਇਨਰੋਲਮੈਂਟ ਵੀ ਕਰਾਇਆ ਔਰ ਮੈਂ ਵੈਲ ਕਨੈਕਟਡ ਹਾਂ ਜੀ ਅਦਾਲਤ ਤੋਂ ਔਰ ਅਦਾਲਤੀ ਕੰਮਕਾਜ ਤੋਂ, ਬਾਰ ਤੋਂ, ਔਰ ਘੱਟੋ ਘੱਟ ਡਿਸਟ੍ਰਿਕਟ ਲੈਵਲ ਤੇ ਵੀ 5-6 ਬਾਰਸ ਦਾ ਮੈਂ ਮੈਂਬਰ ਹਾਂ, ਠੀਕ ਹੈ। ਤੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਇੱਕੋ ਕੇਸ ਦੇ ਵਿੱਚ ਜੇਕਰ ਆਪੋਜਿਟ ਪੱਖ ਨੂੰ ਤੁਸੀਂ ਰਿਪਰੈਜ਼ੈਂਟ ਕਰਤਾ ਤਾਂ ਤੁਸੀਂ ਦੂਸਰੇ ਪੱਖ ਨੂੰ ਨਹੀਂ ਕਰ ਸਕਦੇ। ਲੇਕਿਨ ਇਹਨਾਂ ਦੇ ਮੰਤਰੀ ਬੋਲਦੇ ਸੀ। ਸਾਡੀ ਸਰਕਾਰ ਆਈ ਹੈ, ਸਿੱਧੂ ਸਾਹਿਬ ਬਣੇ, ਬਾਅਦ ਦੇ ਵਿੱਚ ਫਿਰ ਇਹੀ ਹੋਇਆ। ਸੁਮੇਧ ਸਿੰਘ ਸੈਣੀ ਦਾ ਐਡਵੋਕੇਟ ਸਾਡਾ ਐਡਵੋਕੇਟ ਜਨਰਲ ਹੈ। ਮੈਂ ਰਿਪੀਟ ਕਰਦਾ ਹਾਂ, ਸੁਮੇਧ ਸਿੰਘ ਸੈਣੀ ਜੋ ਪ੍ਰਾਈਮ ਐਕਿਊਜ਼ਡ ਨੇ, ਚਾਰਜਸ਼ੀਟ ਮੇਰੇ ਵੱਲੋਂ ਵੀ ਹੋਏ ਸੀਗੇ, ਤੇ ਜੋ ਬਾਅਦ ਦੇ ਵਿੱਚ SIT ਹੈ ਉਹਨਾਂ ਨੇ ਵੀ ਚਾਰਜਸ਼ੀਟ ਕੀਤੀ ਸੀ। ਉਹਨਾਂ ਦੇ ਜੋ ਨਿੱਜੀ ਐਡਵੋਕੇਟ ਸੀਗੇ ਉਹ ਸਾਡੇ ਇਸ ਵੇਲੇ ਐਡਵੋਕੇਟ ਜਨਰਲ। ਮੈਂ ਉਹਨਾਂ ਦੀ ਬੁੱਧੀਮਤਾ, ਉਹਨਾਂ ਦੇ ਇੰਟੈਲੈਕਟ, ਉਹਨਾਂ ਦੀ ਕੰਪੀਟੈਂਸੀ ਨੂੰ ਮੈਂ ਸਲਾਮ ਕਰਦਾ ਹਾਂ। A1 ਗ੍ਰੇਡ ਦੇ ਐਡਵੋਕੇਟ ਨੇ। ਨਿੱਜੀ ਤੌਰ ਤੇ ਵੀ ਮੈਨੂੰ ਕੋਈ ਲੋੜ ਹੁੰਦੀ ਸੀ ਤਾਂ ਮੈਂ ਪੁੱਛ ਲੈਂਦਾ ਹੁੰਦਾ ਸੀ, ਲੇਕਿਨ ਜੋ ਰੂਲ ਆਫ ਗਵਰਨੈਂਸ ਹੈ ਨਾ, ਉਹ ਇਹ ਕਹਿੰਦਾ ਹੈ ਕਿ ਜਦੋਂ ਕੋਈ ਜ਼ਿਆਦਾ ਮਤਲਬ, ਕਿਉਂਕਿ ਇਹੀ ਕੇਸ ਸਾਡਾ ਸੀਗਾ, ਇਹ ਕੇਸ ਸਭ ਤੋਂ ਅਹਿਮ ਕੇਸ ਸੀਗਾ। ਤਾਂ ਜੇਕਰ ਮੰਨ ਲਓ ਉਹਨਾਂ ਦੇ ਐਡਵੋਕੇਟ ਇੱਧਰ ਲੱਗੇ ਹੋਏ ਨੇ ਤਾਂ ਇੱਧਰ ਇਨਸਾਫ ਨਹੀਂ ਹੋ ਸਕਦਾ ਹੈ। ਇਸ ਕਰਕੇ ਮੈਨੂੰ ਨਿੱਜੀ ਵਕੀਲਾਂ ਨੂੰ ਲੈ ਕੇ
ਠੀਕ ਹੈ ਨਾ। ਮੈਂ ਉਹਨਾਂ ਵਕੀਲਾਂ ਨੂੰ ਵੀ ਸਲਾਮ ਕਰਦਾ ਹਾਂ ਕਿ ਮੇਰੇ ਕਹਿਣ ਤੇ ਦੇਖੋ ਅਦਾਲਤਾਂ ਦੇ ਵਿੱਚ ਜਾ ਰਹੇ ਨੇ। ਔਰ ਮੈਨੂੰ ਇਹੀ ਲੱਗਦਾ ਹੈ कि आज दोषी जो उन्होंने SIT बनाई है वो, और कुछ गवाह, कुछ मोर्चे वाले गवाह, ठीक है, वो सारे एक पासे हो गए तो मैं कल्ला पै गया, तो आज भी कल्ला हूँ। ठीक है ना। मैं बोलता हाँ अपनी सरकार में, अपने लोगों को कि देखो ये चीज़ ठीक नहीं है, लड़ाई मैं लड़ांगा, जीतांगे भी, ये भी मैं तुहानू क्लीयर करता हाँ, जीत साड़ी होनी है, क्योंकि सब तो ऊपर नेचुरल जस्टिस हुंदा है, जीत साड़ी होनी है। ठीक है, इस वेले मैनू परेशानी हो रही है, मैं कुछ होर काम करदा लेकिन कुछ होर करना पै रहा है। कल भी फरीदकोट की मानयोग अदालत दे विच साडे 4 एडवोकेट साहिबान गए सन। ब्रीफ मैं तैयार करके दिता सी, अदालत दे विच जो फाइल करना है वो मैं तैयार करके दिता सी। एक होर मतलब नवा मतलब देखो, जो चीज़ जुडिशियली एक बार हो जाता है, जुडिशियल कोर्ट अपने मतलब ऑर्डर नू क्रिमिनल साइड तो रिव्यू नहीं कर सकती, लेकिन रिव्यू पाया जा रहा है। ठीक है कि नहीं। उत्थे की लिखा जा रहा है, कुंवर विजय प्रताप सिंह डिड दिस फ्रॉडुलेंटली। दसो फ्रॉडुलेंटली क्यों जी। इनू तुसी लम्मा करो प्रोसैस नू लम्मा करने वास्ते कि 6 महीना होर लंघ जाएगा जी, और इस बंदे नू परेशान कर दो। मैं परेशान नहीं हुंदा, देखो मैं परेशान नहीं हुंदा। क्यों, परमात्मा ने ताकत दी है जी, और एक व्यक्ति दे विच अपार ताकत हुंदी है जी, जिस दी कल्पना नहीं की जा सकती है। ताही गुरु गोबिंद सिंह जी ने कहा कि 1.25 लाख से एक लड़ाऊँ, 1.25 लाख से एक लड़ाऊँ, तो 1.25 लाख के नाल मुकाबला करने वास्ते तो मैं कल्ले तैयार हाँ। तो इस करके मैनू कोई परेशानी नहीं आउंदी है, ना मैनू अपने चेहरे ते कोई शिकन आउंदी। पर सर अगर कांग्रेस की सरकार ने इंसाफ नहीं दिता, अकाली दल की सरकार वेले सब कुछ होया, तो हुण आम आदमी पार्टी की सरकार है, तुसी कारण समझ पा रहे हो कि आखिर ऐसा क्यों नहीं हो पा रहा, इंसाफ तक क्यों नहीं पहुंच पा रहे? भगवंत मान जी ने उस दिन कहा सी, जिस दिन ज्वाइनिंग हुई सी मेरी, कि जो काम बतौर अफसर नहीं कर पाए, परमात्मा की मर्जी के नाल अपनी कलमी करनगे, अपने हथी करनगे। उन्हां दा बयान है, तुसी यूट्यूब ते देखो, मेरे भी तुसी फेसबुक यूट्यूब हर थां ते तुसी देख सकते हो। उन्हां दा बयान है, पार्टी दे भी उहदे उत्ते है। लेकिन एक बारी गल जरूर करनी चाहिए सी, ये मैं कोई अपना रिजेंटमेंट नहीं शो कर रहा। हो सकता है कि परमात्मा मतलब मेरी प्रीक्षा ले रहे होंगे कि इन्हां मतलब हालातां दे विच बंदा अपने आप नूं किस तरीके दे नाल, मेरी गल पूरी होंदी कि किस तरीके दे नाल अपने आप नूं कंडक्ट कर रहा है, मैं करी जा रहा। हो सकता है कि केजरीवाल साहब भी मेरा इम्तहान ले रहे होंगे कि हाँ एडवर्स हालातां दे विच भी यह बंदा अपने आप नूं किस तरीके दे नाल कंडक्ट कर रहा है, तो मैं अपने आप नूं कर रहा हूँ। मैनू कोई मतलब है नहीं है। तो बस यही है कि असी स्ट्रेट चलते हैं, साडी पॉलिटिक्स रेवोल्यूशनरी पॉलिटिक्स है। कोई ना सहयोग करे तभी जित साडी होनी है, जित साडी होनी है। क्यों, जिस दे नाल गुरु गोबिंद सिंह जी की ताकत लगी होवे ने जी, वो कदे भी हार नहीं सकता जी। क्योंकि आपने 4 पुत वार दिन तो बाद उन्होंने की कहा कि 4 मुए तो क्या हुआ, जीवित कई हजार। तो असी जीवित कई हजार जड़े जो संख्या है ना, बहुत छोटी होंदी जा रही है। मैं देख रहा असी उहदे विच अपना नाम जरूर शामिल करवावांगे। साडा यही है कि उहदे विच साडा नाम आ गया तो यह जिंदगी साडी मतलब सफल हो गई, असी ये मान के चलांगे तो साडी जीत होनी है जी। भावें कोई सपोर्ट ना करे, बैरीयर्स बाधावां आउंदियां ने जांदियां ने, हो सकता है कि यह साडा इम्तहान हो रहा होगा, उस इम्तहान दे विच असी पास जरूर होना है, जरूर पास होना है। पर बिल्कुल सर वही इम्तिहान तुसी कह रहे हो कि शायद भगवंत मान अरविंद केजरीवाल इम्तिहान लै रहे हो हुण तुहाडा, पर सर ये इम्तिहान सिर्फ तुहाडा नहीं है, जिहड़ा मुद्दा है पंजाब दी भावनावां नाल जुड़िया है। ते जिस तरह स्टेज तो इस मुद्दे नूं वार-वार चुक्किया गया, गल कीती गई, अकाली दल नूं कोसिया गया, कांग्रेस नूं कोसिया गया, अज आम आदमी पार्टी भी उन्हां चीज़ां ते लोकां ਦੀਆਂ उम्मीदां ते खरी नहीं उतरी। तुसी कारण की समझो, तुसी सरकार दा पार्ट हो। ਇਹ ਤਾਂ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਨੇ, ਇਸ ਦਾ ਕਾਰਨ मैं नहीं दस क्योंकि सकता। अरविंद केजरीवाल ਦਾ ਬਿਆਨ ਪੰਜਾਬ ਦੇ ਲੋਕਾਂ ਨੂੰ ਯਾਦ ਹੈ, ਉਹ ਕਹਿੰਦੇ ਨੇ ਕਿ ਤੁਹਾਨੂੰ ਵੀ ਪਤਾ ਹੈ ਕਿ ਮਾਸਟਰਮਾइंड ਕੌਣ ਨੇ। देखो मैनू नहीं पता सी कि हाँ इस मुद्दे ते असीं अज गल करांगे, नहीं मैं तैयार सीगा, लेकिन इस दा बेहतर जवाब साडे मुख मंत्री साहब, साडे अरविंद केजरीवाल साहब ही दे सकते हैं कि उन्हां दे हो सकदा है कोई मजबूरी होगी जां दूजे कंमां दे विच ज़्यादा लग गए ने, ठीक है कि नहीं। फिर भी मैं अपने पद्धर ते कर रहे हैं और जीत साडी होनी है। एक पासे देखो उधरों
ਸਰਕਾਰੀ ਵਕੀਲ ਇੱਕ ਤਰੀਕੇ ਦੇ ਨਾਲ ਦੇਖੋ ਨਾ, ਸਰਕਾਰ ਵਰਸਸ ਹੀ ਕੁंवर ਵਿਜੇ ਪ੍ਰਤਾਪ ਸਿੰਘ ਜਾਂ कुंवर ਵਿਜੇ ਪ੍ਰਤਾਪ ਸਿੰਘ ਵਰਸਸ ਸਰਕਾਰ ਹੀ ਚੱਲ ਰਿਹਾ ਹੈ। ਜੋ ਮੰਨ ਲਓ ਰਿਟ में ਕੈਪਟਨ ਅਮਰਿੰਦਰ ਸਿੰਘ ਜੀ ਦੇ ਟਾਈਮ ਪਾਈ ਸੀਗੀ, ਉਦੋਂ कुंवर ਵਿਜੇ ਪ੍ਰਤਾਪ ਵਰਸਸ ਸਟੇਟ ਆਫ ਪੰਜਾਬ ਸੀ। ਸਟੇਟ ਆਫ ਪੰਜਾਬ ਮੀਨਸ ਕੀ ਹੈ, ਚੀਫ ਮਿਨਿਸਟਰ, ਹੋਮ ਮਿਨਿਸਟਰ ਅਮਰਿੰਦਰ ਸਿੰਘ ਹੁੰਦੇ ਸੀ, ਬਾਅਦ ਦੇ ਵਿੱਚ ਚਰਨਜੀਤ ਚੰਨੀ, ਇਸ ਵੇਲੇ ਕੌਣ, ਭਗਵੰਤ ਮਾਨ। ਤੇ ਇਸ ਵੇਲੇ ਭਗਵੰਤ ਮਾਨ ਤੇ कुंवर ਵਿਜੇ ਪ੍ਰਤਾਪ ਸਿੰਘ ਆਮਣੇ ਸਾਹਮਣੇ ਹੋ ਗਏ ਨੇ ਜੀ। ਇੱਕ ਦੀ ਜਿੱਤ ਹੋਣੀ ਹੈ ਨਾ, ਜਿੱਤ ਉਹਦੀ ਹੋਗੀ ਜੋ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ, ਠੀਕ ਹੈ ਕਿ ਨਹੀਂ। ਇਸ ਵੇਲੇ ਅਸੀਂ ਆਮਣੇ ਸਾਹਮਣੇ ਇਸ ਮੁੱਦੇ ਦੇ ਉੱਤੇ ਪਾਰਟੀ ਦੇ ਵਿੱਚ ਅਸੀਂ ਇੱਕ ਸਾਥ ਕੰਮ ਕਰ ਰਹੇ ਹਾਂ, ਜੋ ਮੇਰੀ ਜ਼ਿੰਮੇਵਾਰੀ ਲੱਗਦੀ ਕਰਦਾ। ਆਪਣੀ ਬੇਬਾਕੀ ਨਹੀਂ ਛੱਡ ਸਕਦਾ, ਆਪਣਾ ਪ੍ਰੋਫੈਸ਼ਨਲਿਜ਼ਮ ਨਹੀਂ ਛੱਡ ਸਕਦਾ, ਠੀਕ ਹੈ, ਲੇਕਿਨ ਅਸੀਂ ਆਮਣੇ ਸਾਹਮਣੇ ਹਾਂ ਜੀ, ਠੀਕ ਹੈ। ਦੇਖ ਲੈਣਾ ਕਿ ਜਿੱਤ ਕਿਸ ਦੀ ਹੁੰਦੀ ਹੈ, ਕਿਸੇ ਨੇ ਕਿਸੇ ਦੀ ਤਾਂ ਜਿੱਤ ਹੋਣੀ ਹੈ, ਤੇ ਦੁਨੀਆ ਵੀ ਦੇਖੋ। ਤੁਹਾਡੇ ਤੇ ਪ੍ਰੈਸ਼ਰ ਨਹੀਂ ਰਹਿੰਦਾ ਕਿਸੇ ਤਰ੍ਹਾਂ ਦਾ ਕਿ ਕਿਉਂ ਬੋਲਦੇ ਹੋ, ਇੰਨੀ ਬੇਬਾਕੀ ਕਿਉਂ ਵਿਖਾਉਂਦੇ ਹੋ, ਕਿ ਇਹ ਬੇਬਾਕੀ ਪੋਲਿਟਿਕਸ 'ਚ ਚੱਲਦੀ ਹੈ? ਸਾਡੇ ਲੀਡਰਾਂ ਨੂੰ ਵੀ ਪਤਾ ਹੈ, ਐਸੇ ਬੇਬਾਕੀ ਕਰਕੇ, ਐਸੇ ਕਾਬਲੀਅਤ ਕਰਕੇ ਕੇਜਰੀਵਾਲ ਸਾਹਿਬ ਆਏ ਸੀਗੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਜੁਆਇਨਿੰਗ ਵਾਸਤੇ। ਉਹ ਨਾ ਉਸ ਤੋਂ ਪਹਿਲਾਂ ਆਏ, ਨਾ ਉਸ ਤੋਂ ਬਾਅਦ ਆਏ, ਔਰ ਮੈਂ ਇਹ ਬੇਬਾਕੀ ਤੇ ਇਹ ਕਾਬਲੀਅਤ ਆਪਣੇ ਕੋਲ ਰੱਖਣਾ ਚਾਹੁੰਦਾ ਹਾਂ। ਹੋ ਸਕਦਾ ਹੈ ਕਿ ਕੇਜਰੀਵਾਲ ਸਾਹਿਬ ਇੱਕ ਵਾਰ ਫਿਰ ਆਉਣ ਅੰਮ੍ਰਿਤਸਰ, ਠੀਕ ਹੋ ਸਕਦਾ ਹੈ, लेकिन अपनी बेबाकी, अपनी काबिलियत, अपनी एफिशिएंसी, अपनी इंटीग्रिटी ते मैं कोई समझौता नहीं कर सकता। प्रेशर रहता है? नहीं, वर्क प्रेशर ਹੁੰਦਾ ਹੈ। ਜੇਕਰ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਕਿ ਤੁਸੀਂ ਮੀਡੀਆ 'ਚ ਬਿਆਨ ਨਹੀਂ ਦੇਣਾ। ਮੈਂ ਕੋਈ ਹੋਰ ਕੰਮ ਕਰਦਾ ਤੇ ਕਿਸੇ ਰੀਟ ਦਾ ਜਵਾਬ ਬਣਾ ਰਿਹਾ ਹਾਂ, ਕਿਸੇ ਐਪਲੀਕੇਸ਼ਨ ਦਾ ਜਵਾਬ ਬਣਾ ਰਿਹਾ ਹਾਂ, ਅਦਾਲਤਾਂ ਦਾ ਮਿਸਯੂਜ਼ ਹੋ ਰਿਹਾ। ਕਿਉਂਕਿ ਦੇਖੋ, ਮੈਨੂੰ ਇੱਕ ਹੋਰ ਚੰਗੀ ਗੱਲ ਲੱਗੀ ਕਿ ਥੋੜਾ ਸਮੇਂ ਪੜ੍ਹਿਆ ਕਿ ਇਹ ਤਿੰਨ ਜਿਹੜੇ ਕਾਨੂੰਨ ਸੀਗੇ, ਇੰਡੀਅਨ ਪੈਨਲ ਕੋਡ, ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਇੰਡੀਅਨ ਐਵੀਡੈਂਸ, ਇਹ ਤਿੰਨ ਜਿਹੜੇ ਕਾਨੂੰਨ ਨੇ, ਇਹਦੇ ਵਿੱਚ ਕਾਫੀ ਬਦਲਾਅ ਹੋ ਰਿਹਾ ਹੈ। ਇਹ ਪਾਰਲੀਮੈਂਟ ਦੇ ਵਿੱਚ ਟੇਬਲ ਹੋ ਚੁੱਕੇ ਨੇ। ਜੋ ਮੌਜੂਦਾ ਕਾਨੂੰਨ ਹੈ ਅੰਗਰੇਜ਼ਾਂ ਦੇ ਟਾਈਮ ਦੀ ਹੈ, ਉਹਨਾਂ ਨੇ ਇਹ ਕਾਨੂੰਨ ਬਣਾਏ ਸੀ ਬ੍ਰਿਟਿਸ਼ ਲੀਗੇਸੀ ਨੂੰ ਮਜ਼ਬੂਤ ਕਰਨ ਵਾਸਤੇ, ਬ੍ਰਿਟਿਸ਼ ਪ੍ਰਭੂ ਸੱਤਾ ਨੂੰ ਭਾਰਤ ਤੇ ਭਾਰਤ ਦੇ ਲੋਕਾਂ ਦੇ ਉੱਤੇ ਮਜ਼ਬੂਤ ਕਰਨ ਵਾਸਤੇ ਬਣਾਇਆ ਸੀ। ਤਾਂ ਤੁਸੀਂ ਦੇਖੋਗੇ ਕਿ ਵੱਡੇ ਕੇਸਾਂ ਦੇ ਵਿੱਚ ਜੋ ਦੋਸ਼ੀ ਹੁੰਦੇ ਨੇ ਉਹ ਬਹੁਤ ਪਾਵਰਫੁਲ ਹੁੰਦੇ ਨੇ, ਉਹਨਾਂ ਕੋਲ ਰਿਸੋਰਸਸ ਵੀ ਹੁੰਦੇ ਨੇ, ਪਾਵਰ ਵੀ ਹੁੰਦਾ ਹੈ, ਮਸਲ ਪਾਵਰ ਵੀ ਹੁੰਦਾ ਹੈ, ਤਾਂ ਉੱਥੇ ਗੁੰਜਾਇਸ਼ ਹੁੰਦੀ ਹੈ। ਤਾਂ ਇਸ ਕੇਸ ਦੇ ਵਿੱਚ ਵੀ ਵਹੀ ਚੀਜ਼ ਹੋ ਰਿਹਾ ਹੈ, ਇਸ ਕੇਸ ਦੇ ਵਿੱਚ ਵੀ ਵਹੀ ਹੋ ਰਿਹਾ ਹੈ, ਕਿਉਂਕਿ ਅੰਗਰੇਜ਼ ਦਾ ਕਾਨੂੰਨ ਹੈ। ਅੰਗਰੇਜ਼ ਦੇ ਕਾਨੂੰਨ, ਮੈਨੂੰ ਤਾਂ ਤੁਸੀਂ ਕਨਸਟੀਟਿਊਸ਼ਨ, ਇੰਡੀਅਨ ਕਨਸਟੀਟਿਊਸ਼ਨ ਤੁਸੀਂ ਪੁੱਛੋ 1 ਤੋਂ ਲੈ ਕੇ 395 ਤੱਕ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਕਿਤਾਬ ਫੜਾ ਦਿੱਤੀ ਸੀ ਕਿ ਲੋ ਜੀ ਇਹ PM ਬਖਸ਼ੀ ਦੀ ਕਮੈਂਟਰੀ ਦੇ ਨਾਲ ਕਿਤਾਬ ਹੈ, ਤੁਸੀਂ ਆਪਣੇ ਹੱਥ ਦੇ ਵਿੱਚ, ਔਰ ਮੈਨੂੰ ਕੋਈ ਵੀ ਚੀਜ਼ ਪੁੱਛਣਾ ਹੈ ਤਾਂ ਪੁੱਛ ਲਓ। ਔਰ ਜੇਕਰ ਇਸ ਕਨਸਟੀਟਿਊਸ਼ਨ ਦੇ ਤਹਿਤ ਸਾਡੀ ਰਿਪੋਰਟ ਜੇਕਰ ਖਾਰਿਜ ਹੋ ਸਕਦੀ ਹੋਵੇ ਤਾਂ ਉਹ ਵੀ ਤੁਸੀਂ ਮੈਨੂੰ ਦੇ ਦਿਓ। ਤੁਸੀਂ ਤੱਥ ਹੀ ਸਾਹਮਣੇ ਨਹੀਂ ਰੱਖ ਰਹੇ ਹੋ, ਤੁਸੀਂ ਕੇਸ ਫਾਈਲ ਮੰਗਾਈ ਨਹੀਂ, ਤੇ ਕਿਸ ਤਰ੍ਹਾਂ ਕੁंवर ਵਿਜੇ ਪ੍ਰਤਾਪ ਦੀ ਰਿਪੋਰਟ ਕੋਐਸ ਹੋ ਸਕਦੀ ਹੈ? ਮੈਂ ਕਹਾ ਕਿ ਇਹ ਕਨਸਟੀਟਿਊਸ਼ਨ ਤੁਹਾਡੇ ਹੱਥ ਦੇ ਵਿੱਚ, ਠੀਕ ਹੈ ਕਿ ਨਹੀਂ। ਉਹਨਾਂ ਨੇ ਵੀ ਮੇਰਾ ਵਾਲਾ ਤਾਂ ਲੈ ਲਿਆ, ਉਹਨਾਂ ਨੇ, ਮੈਂ ਸਾਈਨ ਕਰਕੇ ਦਿੱਤਾ ਸੀ, तो चलो वो भी आर्मी के कैप्टन रहे ने, उन्होंने भी एक किताब कट के लिया के मैनू प्रेजेंट कर दी थी, ठीक है ना। वो शिरवाई की किताब उन्होंने एक वॉल्यूम मैनू उन्होंने प्रेजेंट किया, ठीक है जी। मैं वैसे कोई मतलब इस्तीफा नहीं दिता सी, वो इस्तीफा जो मैं दिता सी और जो एक्सैप्ट होया सी 8-10 दिन का समा काफ़ी मतलब उतार चढ़ाव ते इवेंटफुल रहा सी। तो मैं अपनी किताब दे दी थी, मैं तुसी कोई प्रोविजन मैनू पूछ लो, आज भी IPC CRPC और एविडेंस एक्ट कोई भी पूछे जी मैं तैयार हाँ जी। मैं आज लड़ाई लड़ रहा हूँ, मैं पहला भी कहा सी, आज भी कह रहा हूँ, आने वाले समय के विच भी मैं यही कहूँगा कि ये बेअदबी, कोट कपूरा फायरिंग, बहबल कला फायरिंग, ये सारे केस सिर्फ एक इंसान, एक व्यक्ति दे स्ट्रगल के नाते जानिया जाऊगा, और वो व्यक्ति कुंवर विजय प्रताप रहेगा, और वो 1.25 लाख के नाल लड़न दे विच जरूर मतलब ਉਹਦੇ ਵਿੱਚ ਕਾਬਲੀਅਤ ਹੈ ਕਿ 1.25 ਲੱਖ ਦੇ ਨਾਲ ਉਹ ਲੜਾਈ ਲੜ ਸਕਦਾ ਹੈ। ਤਾਂ ਹੀ ਗੁਰੂ ਮਹਾਰਾਜ ਨੇ ਮੈਨੂੰ ਇਹ ਲੜਾਈ ਲੜਨ ਵਾਸਤੇ ਤੇ ਲੋਕ ਵੀ ਇਸੇ ਲਈ ਤੁਹਾਡੇ ਨਾਲ ਜੁੜੇ ਹੋਏ ਨੇ। ਅਗਰ ਲੋਕਾਂ ਦਾ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਗੁੱਸਾ, ਨਾਰਾਜ਼ਗੀ ਰਹਿੰਦੀ ਹੈ, ਉਹ ਭਗਵੰਤ ਮਾਨ ਸਰਕਾਰ ਦੇ ਨਾਲ ਹੈ, ਪਰ ਲੋਕ ਉਸ ਵਿੱਚ ਤੁਹਾਨੂੰ ਇਨਕਲੂਡ ਨਹੀਂ ਕਰਦੇ। ਹੋਵੇ ਜਾਂ ਨਾ ਹੋਵੇ, ਲੇਕਿਨ ਮੈਂ ਦੇਖੋ ਕਨਸਟੀਟਿਊਸ਼ਨ ਦੀ ਗੱਲ ਕੀਤੀ, ਡੈਮੋਕ੍ਰੇਸੀ ਦੀ ਗੱਲ ਕੀਤੀ, ਤਾਂ ਮੈਂ ਮੁਲਕ ਦੇ ਲੋਕ, जनता जिन्हां दी असीं सेवा कर रहे हैं, वोटर्स जिन्हां ने मैनू जिताया है, उन्हां दे सेंटीमेंट्स नूं मैं लेके चलना है, मैं हमेशा उन्हां दे नाल रहना है।
ਤਾਂ ਹੀ ਇੱਕ ਹੋਰ ਸਾਡਾ ਮਤਲਬ ਪੋਲੀਟੀਕਲ ਫਿਲਾਸਫੀ ਦਾ ਇੱਕ ਹਿੱਸਾ ਹੈ ਜਨਤਾ ਦੇ ਵਿੱਚ ਜਨਤਾ ਦੇ ਨਾਲ ਡੈਮੋਕ੍ਰੈਟਿਕ ਗਵਰਨੈਂਸ ਦੇ ਵਿੱਚ ਡੈਮੋਕ੍ਰੈਟਿਕ ਪੋਲਿਟਿਕਸ ਦੇ ਵਿੱਚ ਜਨਤਾ ਦੇ ਵਿੱਚ ਜਨਤਾ ਦੇ ਨਾਲ ਇਹ ਵੀ ਮੇਰੀ ਇੱਕ ਪੋਲੀਟੀਕਲ ਫਿਲਾਸਫੀ ਦਾ ਹਿੱਸਾ ਹੈ। ਤੇ ਜਿਸ ਕ੍ਰਾਂਤੀ ਨਾਲ ਤੁਸੀਂ ਚੱਲ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਤੁਹਾਨੂੰ ਸਾਈਡਲਾਈਨ ਕਰ ਰਹੀ ਹੈ? ਦੇਖੋ ਸਾਈਡਲਾਈਨ ਤੁਸੀਂ ਉਦੋਂ ਹੀ ਹੋ ਸਕਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਸਾਈਡਲਾਈਨ ਕਰਦੇ ਹੋ। ਪਰ ਕਈ ਲੋਕ ਇਹ ਵੀ ਸਵਾਲ ਕਰਦੇ ਨੇ ਜਦੋਂ ਵੀ ਮੈਂ ਤੁਹਾਡੀ ਪੋਸਟ ਪੜ੍ਹਦੀ ਹਾਂ ਸੋਸ਼ਲ ਮੀਡੀਆ ਤੇ ਜਾਂ ਅਸੀਂ ਤੁਹਾਡੀ ਕੋਈ ਖਬਰ ਲਗਾਉਂਦੇ ਹਾਂ ਲੋਕ ਨੀਚੇ ਕਮੈਂਟ ਕਰਦੇ ਨੇ ਇਹ ਕਾਬਿਲ ਬੰਦਾ ਇਹ ਕਾਬਿਲ ਅਫਸਰ ਰਿਹਾ ਹੈ ਹੁਣ ਵਿਧਾਇਕ ਹੈ ਇਹਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ ਗ੍ਰਹਿ ਵਿਭਾਗ ਹੋਣਾ ਚਾਹੀਦਾ ਤੁਹਾਡੇ ਕੋਲ ਨਹੀਂ बनना गृह मंत्री बनना नहीं बनना ये बहुत छोटी सी चीज है ठीक है कि नहीं। ਪੰਜਾਬ ਦੇ ਵਿੱਚ ਦੇਖੋ ਸਮਹਾਉ ਜਦੋਂ ਤੋਂ ਮੈਂ ਵੇਖ ਰਿਹਾ ਹਾਂ ਤੇ ਜਦੋਂ ਤੋਂ ਖਾਸ ਕਰਕੇ 1966 ਦੇ ਵਿੱਚ ਪ੍ਰੈਜ਼ੈਂਟ ਪੰਜਾਬ ਹੋਂਦ ਦੇ ਵਿੱਚ ਆਇਆ ਸੀ ਮੇਰੇ ਕੋਲ ਇੱਕ ਇੱਕ ਚੀਜ਼ ਇੱਕ ਇੱਕ ਦਿਨ ਦਾ ਤੁਸੀਂ ਦੇਖੋਗੇ ਨਾ ਸਾਰਾ ਕੁਝ ਡਾਟਾ ਹੈ। ਪੰਜਾਬ ਦੇ ਲੋਕ ਤਕਰੀਬਨ ਲੋਕਾਂ ਨੂੰ ਹਰਾਉਣ ਵਾਸਤੇ ਵੋਟ ਕਰਦੇ ਨੇ। ਪੋਜ਼ਿਟਿਵ VOTING ਬਹੁਤ ਘੱਟ ਹੋਈ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਦੌਰਾਨ। ਪੋਜ਼ਿਟਿਵ VOTING ਹਾਂ ਮੈਂ ਜ਼ਰੂਰ ਕਹਾਂਗਾ ਕਿ ਜਿੱਥੇ ਮੈਂ ਇਲੈਕਸ਼ਨ ਅੰਮ੍ਰਿਤਸਰ ਨਾਰਥ ਦੇ ਵਿੱਚ ਫਾਈਟ ਮੈਂ ਕੀਤਾ ਉੱਥੇ ਪੋਜ਼ਿਟਿਵ VOTING ਜ਼ਰੂਰ ਹੋਈ ਹੈ। ਕਾਰਨ ਕਿ ਕੋਈ ਬੀਜੇਪੀ ਦਾ ਹੈ ਕੋਈ ਕਾਂਗਰਸ ਦਾ ਹੈ ਅਕਾਲੀ ਦਲ ਦਾ ਹੈ ਆਪਣੀ ਆਪਣੀ ਪਾਰਟੀ ਨੂੰ ਛੱਡ ਕੇ ਜੇਕਰ ਮੈਨੂੰ ਵੋਟ ਕਰ ਰਹੇ ਨੇ ਤੇ ਮੀਨਸ ਕਿ ਕਿਸੇ ਵਿਅਕਤੀ ਨੂੰ ਉਹ ਜਿਤਾਉਣਾ ਚਾਹੁੰਦੇ ਨੇ। ਅਦਰਵਾਈਜ਼ ਦੇਖੋ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਨੈਗੇਟਿਵ VOTING ਕੀਤੀ ਹੈ। ਨੈਗੇਟਿਵ VOTING ਐਂਟੀ ਐਸਟੈਬਲਿਸ਼ਮੈਂਟ ਚੱਲਦੇ ਐਂਟੀ ਨਹੀਂ ਲੋਕਾਂ ਨੇ ਆਪਣਾ ਆਕਰੋਸ਼ ਜ਼ਾਹਿਰ ਕੀਤਾ ਹੈ ਕ੍ਰੋਧ ਜ਼ਾਹਿਰ ਕੀਤਾ ਕਿ ਤੁਸੀਂ ਇਹ ਕਿਹਾ ਤੇ ਸਾਨੂੰ ਐਕਸਪਲੋਇਟ ਕੀਤਾ ਜੋ ਕਿਹਾ ਉਹ ਕੀਤਾ ਨਹੀਂ। ਮੇਰੇ ਨੈਗੇਟਿਵ ਮਤਲਬ VOTING ਦਾ ਮਤਲਬ ਤੁਸੀਂ ਸਮਝੋ ਆਕਰੋਸ਼ ਠੀਕ ਹੈ ਜੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕੀਤਾ ਹੁਣ ਅਸੀਂ ਤੁਹਾਨੂੰ ਸਬਕ ਸਿਖਾ ਰਹੇ ਹਾਂ ਤੇ ਇਹ ਨੈਗੇਟਿਵ VOTING ਹੈ ਨੈਗੇਟਿਵ VOTING ਰਾਈਟ ਇਹ ਠੀਕ ਹੈ ਜੀ ਆਪਣਾ ਆਕਰੋਸ਼ ਜਨਤਾ ਜ਼ਾਹਿਰ ਕਰੇ ਨਹੀਂ ਤਾਂ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਨੂੰ ਛੱਡ ਕੇ ਤੀਜਾ ਬਦਲ ਉਹਨਾਂ ਨੇ ਲਿਆਂਦਾ ਪੰਜਾਬ ਦੀ ਜਨਤਾ ਨੇ ਇਹ ਆਪਣਾ ਇੱਕ ਆਕਰੋਸ਼ ਜ਼ਾਹਿਰ ਕੀਤਾ ਸੀ ਤਾਂ ਪੰਜਾਬ ਦੇ ਲੋਕ ਆਪਣਾ ਆਕਰੋਸ਼ ਜ਼ਾਹਿਰ ਕਰਦੇ ਨੇ ਠੀਕ ਹੈ ਤਾਂ ਹੀ ਤੁਸੀਂ ਵੀ ਕਿਹਾ ਨਾ ਜਜ਼ਬਾਤੀ ਲੋਕ ਹੁੰਦੇ ਨੇ ਤਾਂ ਜਜ਼ਬਾਤ ਦਾ ਇਹ ਮਤਲਬ ਨਹੀਂ ਕਿ ਅਸੀਂ ਲੋਕਾਂ ਦੇ ਜਜ਼ਬਾਤ ਦੇ ਨਾਲ ਮਤਲਬ ਅਸੀਂ ਮਤਲਬ ਗੇਮ ਪਲੇ ਕਰ ਲਈਏ ਉਹ ਕਦੇ ਵੀ ਇਹ ਲੋਕ ਬਰਦਾਸ਼ਤ ਨਹੀਂ ਕਰਦੇ। ਐਕਸਪੈਰੀਮੈਂਟ ਨਾ ਕਰੋ ਸਾਡੇ ਤੇ ਲੋਕਾਂ ਦਾ ਇਹ ਹੈ ਕਿ ਐਕਸਪੈਰੀਮੈਂਟ ਨਾ ਕਰੋ ਲੇਕਿਨ ਦੇਖੋ 66 ਤੋਂ ਬਾਅਦ 67 ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਸੀ ਉਹ ਉਦੋਂ ਤੋਂ ਲੈ ਕੇ ਗੇਮ ਪਲੇਇੰਗ ਹੀ ਚੱਲ ਰਹੀ ਹੈ ਤੇ ਜਜ਼ਬਾਤਾਂ ਦੇ ਨਾਲ ਖਿਲਵਾੜ ਚੱਲਦਾ ਆ ਰਿਹਾ ਹੈ ਲੇਕਿਨ ਲੋਕ ਨਹੀਂ ਚਾਹੁੰਦੇ ਕਿ ਅਸੀਂ ਜਜ਼ਬਾਤੀ ਜ਼ਰੂਰ ਹਾਂ ਲੇਕਿਨ ਸਾਡੇ ਜਜ਼ਬਾਤਾਂ ਦੇ ਨਾਲ ਤੁਸੀਂ ਖੇਡ ਨਹੀਂ ਸਕਦੇ ਤਾਂ ਹੀ ਆਕਰੋਸ਼ ਦੇ ਵਿੱਚ ਆ ਕੇ ਨੈਗੇਟਿਵ VOTING ਲੋਕੀ ਕਰਦੇ ਨੇ ਠੀਕ ਹੈ ਇਹਨੂੰ ਸਬਕ ਸਿਖਾਉਣਾ ਹੈ। ਤਾਂ ਮੈਂ ਆਪਣੀ ਪਾਰਟੀ ਦੇ ਵਿੱਚ ਇਹੀ ਬੋਲਦਾ ਹਾਂ ਕਿ ਜੋ ਅਸੀਂ ਬੋਲ ਕੇ ਆਏ ਹਾਂ ਅਸੀਂ ਕਰੀਏ ਨਹੀਂ ਤਾਂ ਲੋਕਾਂ ਨੇ ਦੇਖੋ ਇਹ ਕੋਈ ਬਿਜਲੀ 200-300 ਯੂਨਿਟ ਫ੍ਰੀ ਲੈ ਕੇ ਪੰਜਾਬ ਦੇ ਲੋਕ ਦੇਖੋ ਇਹ ਤਾਂ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਠੀ ਚਾਹ ਦਾ ਲੰਗਰ ਲਗਾ ਦਿੰਦੇ ਨੇ ਉਹਨਾਂ ਲੋਕਾਂ ਵਾਸਤੇ ਦੇਖੋ 200-300 ਯੂਨਿਟ ਬਿਜਲੀ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ 60% ਲੋਕਾਂ ਨੂੰ ਤਾਂ ਬਾਦਲ ਸਾਹਿਬ ਨੇ ਵੀ ਫ੍ਰੀ ਬਿਜਲੀ ਦਿੱਤੀ ਸੀ 60% ਤੋਂ ਉੱਪਰ ਅਸੀਂ ਚਲੋ 80+ ਅਸੀਂ ਆ ਗਏ ਹਾਂ 60% ਕਿਸਾਨਾਂ ਨੂੰ ਬਿਜਲੀ ਫ੍ਰੀ ਸੀ। ਪਰ ਇਹ ਤਾਂ ਗੱਲ ਆਮ ਆਦਮੀ ਪਾਰਟੀ ਵਾਲੇ ਬਹੁਤ ਘੱਟ ਲੀਡਰ ਹੀ ਕਰਦੇ ਨੇ ਮਤਲਬ ਰੈਕੋਗਨਾਈਜ਼ ਤਾਂ ਕਰਦੇ ਹੀ ਨਹੀਂ ਹੈ। ਬਾਦਲ ਸਾਹਿਬ ਨੇ ਵੀ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਰ-ਬਾਰ ਯਾਦ ਕਰਵਾਉਣਾ ਪੈਂਦਾ ਹੈ ਹਾਂ ਬਿਲਕੁਲ ਐਕਚੁਅਲੀ ਵੀ ਕਰੈਕਟ ਹੈ ਹਾਂ ਪਰ ਆਮ ਆਦਮੀ ਪਾਰਟੀ ਦੇ ਲੀਡਰ ਬਹੁਤ ਘੱਟ ਬੋਲਦੇ ਨੇ ਇਸ ਲਈ ਤੁਹਾਡੇ ਮੂੰਹੋਂ ਸੁਣਿਆ ਦੇਖੋ ਮੈਂ ਤਾਂ ਹੀ ਮੇਰੇ ਕੋਲ ਸਾਰਾ ਹਿਸਾਬ ਹੁੰਦਾ ਹੈ ਜੀ ਕਿਤਾਬਾਂ ਦਾ ਢੇਰ ਲੱਗਿਆ ਹੁੰਦਾ ਹੈ ਮੈਂ ਪੜ੍ਹਦਾ ਹਾਂ ਲੋਕਾਂ ਦੇ ਨਾਲ ਗੱਲ ਕਰਦਾ ਹਾਂ ਠੀਕ ਹੈ ਕਿ ਨਹੀਂ ਮੈਂ ਜਨਤਾ ਦਾ ਲੀਡਰ ਹਾਂ ਜੀ ਤੇ 60% ਲੋਕਾਂ ਦੀ ਬਿਜਲੀ ਤਾਂ ਬਾਦਲ ਸਾਹਿਬ ਨੇ ਵੀ ਫ੍ਰੀ ਕੀਤੀ ਸੀ ਲੇਕਿਨ ਲੋਕਾਂ ਨੇ ਉਹਨਾਂ ਨੂੰ ਵੀ ਸਬਕ ਸਿਖਾਇਆ ਠੀਕ ਹੈ ਕਿ ਨਹੀਂ ਆਟਾ ਦਾਲ ਸਕੀਮ ਉਹੀ ਲੈ ਕੇ ਆਏ ਸੀ ਫ੍ਰੀ ਦੇ ਵਿੱਚ ਬਹੁਤ ਕੁਝ ਦੇ ਗਏ ਲੇਕਿਨ ਪੰਜਾਬ ਦੇ ਲੋਕਾਂ ਨੂੰ ਫ੍ਰੀ ਕੁਝ ਨਹੀਂ ਚਾਹੀਦਾ। ਪੰਜਾਬ ਦੇ ਲੋਕ ਕਹਿੰਦੇ ਨੇ ਕਿ ਤੁਸੀਂ ਕੰਮ ਦਿਓ ਜੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਆਪਣੀ ਮਤਲਬ એનર્ਜੀ ਆਪਣੀ ਸਟਰੈਂਥ ਲਾ ਕੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਉਹ ਫ੍ਰੀ ਫਰੂ ਲੈ ਕੇ ਉਹ ਦੇਖੋ ਉਹ ਮਤਲਬ ਨਹੀਂ ਉਹਨੇ ਕਰਨਾ ਉਹਨਾਂ ਨੇ ਤਾਂ ਹਮੇਸ਼ਾ ਜੋ ਅਸੀਂ ਵਾਅਦਾ ਕਰਕੇ ਆਏ ਹਾਂ ਉਸ ਦਾ ਹਿਸਾਬ ਲੈਣਾ ਹੈ। ਇਸ ਕਰਕੇ ਅੱਜ ਵੀ ਮੈਂ ਹਮੇਸ਼ਾ ਹੁਣ ਵੀ ਦੇਖੋ ਇੱਕ ਪਾਰਟੀ ਦੀ ਮੀਟਿੰਗ ਤੋਂ ਮੈਂ ਆਇਆ ਹਾਂ ਇੱਕ ਪਾਰਟੀ ਦੀ ਮੀਟਿੰਗ ਦੇ ਵਿੱਚ ਜਾਣਾ ਠੀਕ ਹੈ ਜੀ ਤੇ ਕੋਸ਼ਿਸ਼ ਮੇਰੀ ਰਹਿੰਦੀ ਹੈ ਕਿ ਕਨਵਿੰਸ ਕਰੀਏ ਆਪਣੇ ਲੀਡਰਸ਼ਿਪ ਕਿ ਜੋ ਕਹਿ ਕੇ ਆਏ ਹਨ ਕੋਈ ਵੀ करे पार्टी का लेकिन जो कह के आए हैं जरूर करो ठीक है नहीं तो पंजाब की जनता अपना आक्रोश जाहिर करती है हमेशा
ਹਰ ਇਲੈਕਸ਼ਨ ਤੁਸੀਂ ਦੇਖੋ ਨਾ, ਜਨਤਾ ਜਜ਼ਬਾਤੀ ਜ਼ਰੂਰ ਹੈ, ਪੰਜਾਬੀ ਲੋਕ ਜਜ਼ਬਾਤੀ ਹੁੰਦੇ, ਲੇਕਿਨ ਉਹਨਾਂ ਜਜ਼ਬਾਤਾਂ ਦੇ ਨਾਲ ਕੋਈ ਖੇਡ ਨਹੀਂ ਸਕਦਾ। ਇਹ ਚੀਜ਼ ਉਹ ਅਲਾਉ ਨਹੀਂ ਕਰ ਸਕਦੇ, ਬਿਲਕੁਲ ਅਲਾਉ ਨਹੀਂ ਕਰ ਸਕਦੇ। ਇਸ ਕਰਕੇ ਮੈਂ ਆਪਣੀ ਪਾਰਟੀ ਨੂੰ ਵੀ, ਆਪਣੇ ਲੀਡਰਾਂ ਨੂੰ ਵੀ ਮੈਂ ਬੋਲਦੇ ਰਹਿੰਦਾ, ਔਰ ਉਹ ਵੀ ਕਨਵਿੰਸ ਨੇ, ਠੀਕ ਹੈ ਕਿ, ਲੇਕਿਨ ਠੀਕ ਹੈ ਜਿਸ ਤਰੀਕੇ ਦੇ ਨਾਲ ਸਿਸਟਮ ਚੱਲ ਰਿਹਾ ਹੈ, ਚੱਲਣ ਮਤਲਬ ਅਸੀਂ ਚੱਲਣ ਦੇਵਾਂਗੇ। ਔਰ ਸਾਡਾ ਸਾਰ ਤੱਤਵ ਇਹੀ ਹੈ ਕਿ ਅਸੀਂ ਹਰ ਹਿਸਾਬ ਦੇ ਨਾਲ, ਹਰ ਤਰੀਕੇ ਦੇ ਨਾਲ ਮਤਲਬ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਹੈ, ਜਨਤਾ ਦੀਆਂ ਭਾਵਨਾਵਾਂ ਨੂੰ ਨਾਲ ਲੈ ਕੇ ਅਸੀਂ ਚੱਲਣਾ ਹੈ। ਮੈਂ ਪੰਜਾਬ ਦੀ ਗੱਲ ਕਰਦੀ ਹਾਂ, ਪੰਜਾਬ ਦੇ ਹੋਰ ਮੁੱਦਿਆਂ ਦੀ ਗੱਲ ਕਰਦੀ ਹਾਂ। ਮੈਨੂੰ ਲੱਗ ਰਿਹਾ ਹੈ ਕਿ ਪੂਰੀ ਤੁਸੀਂ ਤਿਆਰੀ ਕਰਕੇ ਆਏ ਹੋ ਤੁਸੀਂ। ਨਹੀਂ ਸਰ, ਜੋ ਪੰਜਾਬ ਦੇ ਮੁੱਦੇ ਨੇ ਉਹ ਤਾਂ ਜ਼ੁਬਾਨ ਤੇ ਹੀ ਰਹਿੰਦੇ ਨੇ। ਮੈਂ ਬੇਅਦਬੀ ਦੇ ਮੁੱਦੇ ਦੀ ਗੱਲ ਕੀਤੀ ਤੇ ਨਸ਼ਿਆਂ ਦੇ ਮੁੱਦੇ ਦੀ ਗੱਲ ਕਰਾਂਗੀ, ਗੈਂਗਸਟਰਵਾਦ, ਗੈਂਗਸਟਰ ਕਲਚਰ ਦੀ ਗੱਲ ਕਰਾਂਗੀ, ਜੋ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਉਸ ਤੇ ਆਮ ਆਦਮੀ ਪਾਰਟੀ ਵੀ ਅਜੇ ਤੱਕ ਖਰੀ ਨਹੀਂ ਉਤਰ ਪਾਈ। ਪਿੰਡਾਂ ਦੇ ਵਿੱਚ ਜਾਓ, ਲੋਕ ਕਹਿੰਦੇ ਨਸ਼ਾ ਹੋਰ ਵਧੀਆ ਹੈ, ਕੋਈ ਲਗਾਮ ਨਹੀਂ ਹੈ। ਕੁਝ ਸਵਾਲ ਇਸ ਤਰ੍ਹਾਂ ਦੇ ਨੇ ਜੋ ਜਿਸ ਦਾ ਜਵਾਬ ਉਹ ਲੋਕ ਦੇ ਸਕਦੇ ਨੇ ਜੋ ਜਾਂ ਤਾਂ ਪਾਰਟੀ ਦੇ ਪ੍ਰਵਕਤਾ ਨੇ ਜਾਂ ਸਰਕਾਰ ਦੇ ਵਿੱਚ ਬਤੌਰ ਮੰਤਰੀ ਕੰਮ ਕਰ ਰਹੇ ਨੇ। ਬਤੌਰ ਐਮਐਲਏ ਜੇਕਰ ਮੈਨੂੰ ਪੁੱਛੋਗੇ ਤਾਂ ਮੈਂ ਅੰਮ੍ਰਿਤਸਰ ਦੀ ਗੱਲ ਜ਼ਰੂਰ ਕਹਾਂਗਾ ਕਿ ਅੰਮ੍ਰਿਤਸਰ ਦੇ ਵਿੱਚ ਹਲੇ ਵੀ ਤੁਸੀਂ ਦੇਖੋ, ਹਾਲ ਫਿਲਹਾਲ ਦੇ ਵਿੱਚ ਮੈਂ ਦੇਖ ਰਿਹਾ ਕਿ ਜੋ ਨੈਕਸਸ ਮੈਂ ਬਤੌਰ ਪੁਲਿਸ ਅਫਸਰ ਟੈਕਲ ਕਰਦਾ ਆ ਰਿਹਾ ਹਾਂ। ਮੈਂ ਇੱਥੇ ਐਸਐਸਪੀ ਰਿਹਾ ਹਾਂ, ਐਸਐਸਪੀ ਜੋ ਅੱਜ ਕੱਲ੍ਹ ਕਮਿਸ਼ਨਰ ਦਾ ਪੋਸਟ ਹੁੰਦਾ ਹੈ। ਪੁਲਿਸ ਤਾਂ ਇਹੀ ਸੀਗੀ, ਲੋਕ ਵੀ ਇਹੀ ਸੀਗੇ, ਲੇਕਿਨ ਸਿਸਟਮ ਬਿਲਕੁਲ ਵੱਖਰਾ ਸੀਗਾ। आज देखो क्रिमिनल माफिया ते पुलिस वाले, पुलिस मतलब जो कटिंग एज लेवल है, सारे पुलिस वाले नहीं। मेरा बयान है कि 0.5% लोका करके पुलिस वाले करके सारी पुलिस बदनाम। तो मान लो जेकर जिन्होंने डिसीजन लेना है, डिसीजन मेकिंग लेवल की मैं गल कर रहा, ਤਾਂ ਹੀ मैं कह रहा कि इतने ਜਦੋਂ मैं SSP ਸੀਗਾ नीचे तो पुलिस वही ਸੀਗੀ, ਸਾਰੇ ਵਧੀਆ काम करते सी, यही SHO ਸੀਗੇ। कोई SHO ACP बन गया है, DSP बन गया है, कोई चौकी इंचार्ज सीगा वो SHO बन गया है, फर्क तो यही है। लेकिन जो गठजोड़ क्रिमिनल्स ते माफिया दे नाल आज दी तारीख दे विच है, वो 5 साल पहला ਜਾਂ 10 साल पहला ਜਿਹੜਾ ਸੀਗਾ ਉਹਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਫਰਕ ਨਹੀਂ। ਔਰ ਮੈਂ ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਨੂੰ, DGP ਸਾਹਿਬ ਨੂੰ, DGP ਸਾਹਿਬ ਦੇ ਦਫ਼ਤਰ ਨੂੰ ਇਨ ਰਾਈਟਿੰਗ ओरली हर चीज़ उन्होंने नोटिस के मैं लिया चुकिया हाँ। और उन्होंने भी पता है क्योंकि इंटैलीजेंस महकमा ऐसे काम वास्ते होता है, सारिਆਂ ਨੂੰ पता है। तो ਜਦੋਂ तक इस गठजोड़ नहीं तोड़िया जा सकता है, केवल ड्रग्स ही नहीं, माफिया तो हर खेतर ਦੇ ਵਿੱਚ लैंड माफिया काम कर रहा है जी, ड्रग्स माफिया काम कर रहा है, हर खेतर ਦੇ ਵਿੱਚ माफिया, हर खेतर ਦੇ ਵਿੱਚ माफिया। तो जो 5 साल पहला माफिया ਸੀਗਾ, ठीक है, ਅਸੀਂ ਆਪਣੇ मतलब जो एंटी करप्शन ਦੇ ਅਭਿਆਨ ਦੇ ਵਿੱਚ ਕਾਫੀ ਲੀਡਰਾਂ ਨੂੰ ਅੰਦਰ ਕੀਤਾ, ਠੀਕ ਹੈ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਣਾ, ਤੁਸੀਂ ਤਿਆਰੀ ਦੇ ਨਾਲ ਆਏ ਹੋ, ਮੇਰੀ ਗੱਲ ਸੁਣ ਲਓ ਕਿਉਂਕਿ ਹੋ ਸਕਦਾ ਹੈ ਕਿ ਮੈਂ ਭੁੱਲ ਜਾਵਾਂ। ਵੱਡੀ ਗੱਲ ਮੈਂ ਕਹਿਣ ਜਾ ਰਹੀ ਹਾਂ। ਜਦੋਂ ਵੀ ਸਰਕਾਰ ਆਉਂਦੀ ਹੈ ਨਾ, ਕੈਪਟਨ ਸਾਹਿਬ ਆਏ, ਅਕਾਲੀਆਂ ਨੂੰ ਫੜ ਕੇ ਅੰਦਰ ਦੇਣਾ ਸ਼ੁਰੂ ਕੀਤਾ। ਕੈਪਟਨ ਸਾਹਿਬ ਜਦੋਂ ਆਏ, ਉਹਨਾਂ ਦੀ ਸਰਕਾਰ ਦੇ ਵਿੱਚ ਇੰਨਾ ਜ਼ਿਆਦਾ ਕਰਪਸ਼ਨ ਹੋਇਆ, ਬਹੁਤ ਕਰਪਸ਼ਨ ਹੋਇਆ। ਅਕਾਲੀ ਸਰਕਾਰ ਉਸ ਤੋਂ ਬਾਅਦ ਆਈ, ਉਹਨਾਂ ਲੋਕਾਂ ਨੂੰ ਅੰਦਰ ਦਿੱਤਾ। ਕੀ ਕਰਪਸ਼ਨ ਉਹਨਾਂ ਦੇ ਟਾਈਮ। ਫਿਰ ਅਕਾਲੀ ਗਵਰਨਮੈਂਟ ਦੇ ਵਿੱਚ ਕਰਪਸ਼ਨ ਆਪਣੀ ਚਰਮ ਸੀਮਾ ਤੇ, ਸਾਡੀ ਸਰਕਾਰ ਵੀ ਆਈ ਹੋਈ ਹੈ, ਠੀਕ ਹੈ ਕਿ ਨਹੀਂ। ਅਸੀਂ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਦੇ ਰਹੇ ਹਾਂ, ਉਹਨਾਂ ਦੇ ਮੰਤਰੀ ਨੂੰ, ਠੀਕ ਹੈ ਕਿ ਨਹੀਂ। ਲੇਕਿਨ ਅਸੀਂ ਸਭ ਤੋਂ ਪਹਿਲਾਂ ਕੰਸੈਂਟਰੇਟ ਕਰਨਾ ਚਾਹੀਦਾ ਹੈ ਆਪਣੇ ਗੁੱਡ ਗਵਰਨੈਂਸ ਤੇ, ਕਿ ਕੀ ਸਾਡੀ ਸਰਕਾਰ ਦੇ ਵਿੱਚ ਕਰਪਸ਼ਨ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ। ਜੋ ਪੈਸੇ ਤਹਿਸੀਲ ਕੰਪਲੈਕਸ ਦੇ ਵਿੱਚ ਚੱਲਦੇ ਸੀ 5 ਸਾਲ ਪਹਿਲਾਂ, आज वही चल रहे हैं, ठीक है जी। हर बर्थ सर्टिफिकेट बनाना है 5,000 तो लेके 5 लाख तक रेट, जो 5 साल पहला सीगा आज भी वही है। तो मैं हमेशा ये कहता हाँ कि असी की करना चाहिए है, अपनी सरकार ते कंसनट्रेट करना चाहिए है। बिल्कुल 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਏ, ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਕਰਪਸ਼ਨ ਤੇ ਨਹੀਂ ਕੰਸਨਟਰੇਟ ਕੀਤਾ। ਉਸ ਤੋਂ ਬਾਅਦ ਜੋ ਬਾਦਲ ਸਾਹਿਬ ਦੀ ਸਰਕਾਰ ਆਈ 10 ਸਾਲ ਰਹੀ, ਉਹਨਾਂ ਨੇ ਵੀ ਆਪਣੀ ਸਰਕਾਰ ਤੇ ਨਹੀਂ ਕੰਸੈਂਟਰੇਟ ਕੀਤਾ। ਕੈਪਟਨ ਸਾਹਿਬ ਦੇ ਟਾਈਮ ਕੀ ਹੋਇਆ ਸੀ, ਫਿਰ ਕੈਪਟਨ ਸਾਹਿਬ ਆਏ, ਇਹਨਾਂ ਨੇ ਫਿਰ ਉਹਨਾਂ ਨੂੰ ਮਤਲਬ ਇਹ ਰਿਵਿਊ ਹੁੰਦਾ ਹੈ ਕੇਵਲ, ਆਪਣੀ ਸਰਕਾਰ ਤੇ ਕੰਸੈਂਟਰੇਟ ਲੋਕੀ ਨਹੀਂ ਕਰਦੇ। ਤਾਂ ਹੀ ਮੈਂ ਆਪਣੀ ਸਰਕਾਰ ਨੂੰ ਵੀ ਬਾਰ-ਬਾਰ ਕਹਿੰਦਾ
ਕਿ ਦੇਖੋ ਤੁਸੀਂ ਆਪਣੇ ਵੱਲ ਪ੍ਰੈਜ਼ੈਂਟ ਟਾਈਮ ਦੇ ਵਿੱਚ ਤੁਸੀਂ ਇੱਕ ਮਤਲਬ ਸਟੈਂਡਰਡ ਸੈੱਟ ਕਰੋ, ਲੋਕਾਂ ਨੂੰ ਪਤਾ ਲੱਗੇ, ਲੋਕਾਂ ਨੂੰ ਪਤਾ ਲੱਗੇ ਕਿ ਇੱਕ ਸਰਕਾਰ ਆਈ ਹੈ ਭਗਵੰਤ ਮਾਨ ਦੀ, ਇੱਕ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ। ਤਾਂ ਅਸੀਂ ਪ੍ਰੈਜ਼ੈਂਟ ਦਾ ਇੱਕ ਟ੍ਰੈਂਡ ਸੈੱਟ ਕਰਨਾ ਚਾਹੀਦਾ ਹੈ। ਪਿੱਛੇ ਜੋ ਹੋ ਗਿਆ ਠੀਕ ਹੈ, ਇੱਕ ਯੂਨਿਟ ਬਣਾ ਦਿਓ, ਮੈਰਿਟ ਤੇ ਜੋ ਕੁਝ ਹੁੰਦਾ ਹੈ ਉਹਨੂੰ ਵੀ ਲੋਕੀ ਇਹ ਕਹਿੰਦੇ ਨੇ ਕਿ ਪੋਲੀਟੀਕਲ ਵੈਂਡੇਟਾ ਹੋ ਰਿਹਾ ਹੈ। ਲੇਕਿਨ ਜੇਕਰ ਅਸੀਂ ਪ੍ਰੈਜ਼ੈਂਟ ਟਾਈਮ ਨੂੰ ਅਸੀਂ ਇੱਕ ਟ੍ਰੈਂਡ ਮਤਲਬ ਸੈੱਟ ਕਰਕੇ ਅਸੀਂ ਚਲਾਂਗੇ ਤੇ ਪਿੱਛੇ ਵੀ ਜੇਕਰ ਕਰੋਗੇ ਤੇ ਜਨਤਾ ਉਸ ਦੀ ਸ਼ਲਾਘਾ ਕਰੂਗੀ, ਉਸ ਚੀਜ਼ ਦੀ ਸਰਾਹਨਾ ਕਰੂਗੀ। ਤਾਂ ਮੇਰੇ ਕੋਲ ਤਾਂ ਦੇਖੋ ਸਾਰਾ ਡੇਟਾ ਹੈ, ਸਾਰਾ ਐਕਸਪੀਰੀਅੰਸ ਹੈ ਕਿ ਸਰਕਾਰਾਂ ਕੀ ਕਰਦੀਆਂ ਨੇ। ਪਿੱਛੇ ਹੀ ਹੋਇਆ ਹੈ ਜੀ, ਸਾਡੀ ਸਰਕਾਰ ਦੇ ਵਿੱਚ ਕੁਝ ਨਹੀਂ, ਤੇ ਇਧਰ ਤਾਂ ਦੇਖੋ ਹਰ ਚੀਜ਼ ਚੱਲਦਾ ਜਾ ਰਿਹਾ ਹੈ। ਤਾਂ ਉਹੀ ਚੀਜ਼ ਅੱਜ ਵੀ ਚੱਲ ਰਿਹਾ ਹੈ। ਦੇਖੋ ਬੇਬਾਕੀ ਦੀ ਤੁਸੀਂ ਗੱਲ ਕੀਤੀ, ਮੈਂ ਬੇਬਾਕੀ ਦੇ ਨਾਲ ਕਹਿ ਰਿਹਾ ਕਿ ਤੁਸੀਂ ਅੰਮ੍ਰਿਤਸਰ ਦੇ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਦੇਖੋ, ਤੁਸੀਂ ਇੱਕ ਬਰਥ ਸਰਟੀਫਿਕੇਟ ਬਣਾਓ, ਲੁਧਿਆਣਾ ਚਲੇ ਜਾਓ, ਜਲੰਧਰ ਚਲੇ ਜਾਓ, ਇਹ ਸਾਰਿਆਂ ਨੂੰ ਪਤਾ ਹੈ। ਤੇ ਇੱਕ ਦੋ ਆਦਮੀ ਨੂੰ ਫੜਨ ਦੇ ਨਾਲ ਕੁਝ ਨਹੀਂ ਹੁੰਦਾ, ਅਸੀਂ ਟ੍ਰੈਂਡ ਸੈੱਟ ਕਰਨਾ ਹੁੰਦਾ ਹੈ। ਕੋਸ਼ਿਸ਼ ਹੈ ਕਿ ਮੈਂ ਆਪਣੀ ਸਰਕਾਰ ਨੂੰ ਕਨਵਿੰਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਠੀਕ ਕਰਾਵਾਂਗੇ। ਨਸ਼ਾ ਵੀ ਉਸ ਦਾ ਹਿੱਸਾ ਹੈ, ਤੁਸੀਂ ਨਸ਼ੇ ਦੀ ਗੱਲ ਕੀਤੀ ਸੀ, ਨਸ਼ਾ ਵੀ ਡਰੱਗਸ ਵੀ ਉਸੇ ਤਰੀਕੇ ਦੇ ਨਾਲ ਕੰਟਰੋਲ ਹੋ ਜਾਏਗਾ। ਰੋਡਰਿਕ ਸਾਹਿਬ ਜਦੋਂ ਗਵਰਨਰ ਹੁੰਦੇ ਸੀਗੇ ਉਹ ਵੀ ਬਹੁਤ ਜ਼ਿਆਦਾ ਘੁੰਮਦੇ ਸੀਗੇ ਪੰਜਾਬ ਦੇ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ 2006 ਦੇ ਵਿੱਚ ਆਏ ਸੀ। ਮੈਨੂੰ ਵੀ 3 ਮਿੰਟ ਬੋਲਣ ਦਾ ਮੌਕਾ ਦਿੱਤਾ ਸੀ, ਮੈਂ 1.5 ਮਿੰਟ ਦੇ ਵਿੱਚ ਆਪਣੀ ਸਪੀਚ ਕੰਪਲੀਟ ਕੀਤੀ। ਮੈਂ ਇਹੀ ਕਿਹਾ ਸੀ ਕਿ ਜਬ माझी ਨਾਲ ਡੁਬੋਏ ਤੇ ਕੌਣ ਬਚਾਏ। ਮੈਂ ਕਿਹਾ ਗਵਰਨਰ ਸਾਹਿਬ ਤੁਸੀਂ ਮਤਲਬ ਸਰਵੇ ਸਰਵਾ ਹੋ ਪੰਜਾਬ ਦੇ, ਠੀਕ ਹੈ ਜੀ, ਔਰ ਤੁਸੀਂ ਮੈਨੂੰ 24 ਆਵਰ ਦੇ ਦਿਓ ਪੰਜਾਬ ਵਾਸਤੇ। ਉਸ 24 ਆਵਰ ਦੇ ਵਿੱਚ ਤੁਸੀਂ ਮੇਰੇ ਨਾਲ ਨਹੀਂ ਗੱਲ ਕਰੋਗੇ, ਤੁਹਾਡੇ ਮੁੱਖ ਮੰਤਰੀ ਨਹੀਂ ਗੱਲ ਕਰਨਗੇ, ਔਰ ਤੁਸੀਂ ਦੇਖ ਲੈਣਾ 24 ਘੰਟੇ ਦੇ ਵਿੱਚ ਅਸੀਂ ਨਸ਼ੇ ਨੂੰ ਖਤਮ ਕਰ ਦੇਵਾਂਗੇ ਪੰਜਾਬ ਤੋਂ। ਇਹੀ ਕਰਕੇ ਮੈਂ ਆਪਣਾ ਸਪੀਚ ਖਤਮ ਕਰ ਦਿੱਤਾ ਸੀ। ਡਾਕਟਰ SP ਸਿੰਘ ਉਦੋਂ ਦੇ ਵਾਈਸ ਚਾਂਸਲਰ ਬਾਰ-ਬਾਰ ਮਤਲਬ ਆਪਣੇ ਲੇਖਾਂ ਦੇ ਵਿੱਚ ਆਪਣੇ ਮਤਲਬ ਜੋ ਆਰਟੀਕਲਸ ਜੋ ਲਿਖਦੇ ਨੇ ਉਹਦੇ ਵਿੱਚ ਕਾਫੀ ਉਹਨਾਂ ਨੇ ਜ਼ਿਕਰ ਵੀ ਕੀਤਾ ਹੈ ਮੇਰੇ ਇਸ ਸਟੇਟਮੈਂਟ ਦਾ, ਕਿਉਂਕਿ ਮੈਂ 1.5 ਮਿੰਟ ਦੇ ਵਿੱਚ ਆਪਣਾ ਸਪੀਚ ਖਤਮ ਕੀਤਾ ਸੀ। ਮੇਰੇ ਬਹੁਤ ਸਾਰੇ ਸਵਾਲ ਗਵਰਨਰ ਸਾਹਿਬ ਵੀ ਉਸ ਤੋਂ ਬਾਅਦ ਸਾਇਲੈਂਟ ਹੋ ਗਏ। ਉਸ ਤੋਂ ਬਾਅਦ ਤੇ ਦੇਖੋ ਰਸਮੀ ਤੌਰ ਤੇ 2-4 ਮਿੰਟ ਦੇ ਵਿੱਚ ਛੇਤੀ ਕਰਕੇ ਮਤਲਬ ਉਹ ਸੈਮੀਨਾਰ ਕੰਪਲੀਟ ਹੋ ਗਿਆ। ਕਿਸੇ ਨੂੰ ਕੋਈ ਮਤਲਬ ਬੋਲਣ ਦਾ ਸੀਗਾ ਹੀ ਨਹੀਂ। ਬਹੁਤ ਪ੍ਰੋਫੈਸਰ ਆਏ ਸੀਗੇ ਜੋ ਇਹਨਾਂ ਨੇ ਪਹਿਲਾਂ ਬੋਲਿਆ ਸੀ, ਬੋਲੇ, ਉਸ ਤੋਂ ਬਾਅਦ ਮਤਲਬ ਉਹ ਸੈਮੀਨਾਰ ਹੀ 5-10 ਮਿੰਟਾਂ ਦੇ ਵਿੱਚ ਕਨਕਲੂਡ ਹੋ ਗਿਆ। ਮੇਰੇ ਬਹੁਤ ਸਾਰੇ ਸਵਾਲ ਤੁਹਾਡੇ ਇਸ ਜਵਾਬ ਚੋਂ ਨਿਕਲੇ ਨੇ। ਇੱਕ ਤਾਂ ਜੋ ਤੁਹਾਡਾ ਨਾਇਕ ਵਾਲਾ ਕਿਰਦਾਰ ਹੈ, ਤੁਸੀਂ ਦੇਖੋ ਪਾਰਟ 2 ਵੀ ਰੱਖ ਲਓ ਨਾ ਕਿਸੇ ਟਾਈਮ। ਅੱਛਾ, ਜੋ मतलब आज क्योंकि मतलब पार्ट 2 कर लो, मतलब वो ज़्यादा वधिया रहेगा। हफ्ता 10 दिन बाद मैं जरूर देवांगा जी, जरूर देवांगा, बजाय कि एको सिटिंग दे विच नहीं देखो पार्टी काम कर रही है सरकार। मैं तो किया ही कि मैं हुण भी देखो पार्टी दी एक मीटिंग दे विच ही जावांगा, और मैं हमेशा बोलदा हां कि हाँ जी ਅਸੀਂ ਤਾਂ ਦੇਖੋ ਵਾਚਡੌਗ ਦੇ ਰੂਪ ਦੇ ਵਿੱਚ ਪਾਰਟੀ ਵਾਸਤੇ ਵੀ ਕੰਮ ਕਰਦੇ ਹਾਂ ਕਿ ਦੇਖੋ ਇਹ ਨਹੀਂ ਕਰੋਗੇ। ਦੇਖੋ 1.5 ਸਾਲ ਤਾਂ ਨਿਕਲ ਗਿਆ ਹੈ ਨਾ ਜੀ, ਤੇ ਰह ਕਿਤਨਾ ਗਿਆ, 2.5 ਸਾਲ ਹੋਰ ਰਹਿ ਗਿਆ ਜੀ। ਨਹੀਂ 2.5 ਸਾਲ 4 ਸਾਲ ਹੋ ਗਏ, 5ਵੇਂ ਸਾਲ ਦੇ ਵਿੱਚ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵੱਲ ਸਾਰਾ ਮੁਲਕ ਵੇਖ ਰਿਹਾ ਹੈ। ਮੈਂ ਵੀ ਵਾਅਦਾ ਕੀਤਾ ਸੀ ਕਿ ਜੋ ਕ੍ਰਾਂਤੀ ਅੰਮ੍ਰਿਤਸਰ ਪੰਜਾਬ ਤੋਂ ਸ਼ੁਰੂ ਹੋ ਰਹੀ ਹੈ ਪੂਰੇ ਮੁਲਕ ਤੱਕ ਜਾਊਗੀ। ਤਾਂ ਲੋਕਾਂ ਦੀ ਨਜ਼ਰ ਤਾਂ ਹੈ ਨਾ, ਲੋਕਾਂ ਦੀ ਨਜ਼ਰ ਹੈ। ਇਸ ਕਰਕੇ ਮੈਂ ਤਾਂ ਸਮਝਦਾ ਹਾਂ ਕਿ ਸਾਡੇ ਕੋਲ ਟਾਈਮ ਨਹੀਂ ਹੈ। ਇਸ ਕਰਕੇ ਮੈਂ ਬੋਲਦਾ ਹਾਂ ਕਿ ਅਸੀਂ ਮਤਲਬ ਇਹ ਕਰਨ ਦਾ ਟਾਈਮ ਹੈ, ਕਰੀਏ ਕੁਛ ਨਾ ਕੁਛ ਕਰੀਏ। ਠੀਕ ਹੈ ਕਿ ਨਹੀਂ? ठीक है, ਤੁਹਾਡੇ ਕੋਲ ਸਮੇਂ ਦੀ ਕਮੀ ਹੈ, ਮੈਂ ਸਮਝਦੀ ਹਾਂ। ਨਹੀਂ ਸਮੇਂ ਦੀ ਕਮੀ ਨਹੀਂ ਹੈ, ਲੇਕਿਨ ਚਲੋ ਮਤਲਬ ਮੈਂ ਇਹ ਕਹਾਂਗਾ ਕਿ ਇਸ ਸਵਾਲ ਮੇਰੇ ਜਵਾਬ ਤੋਂ ਜੋ ਸਵਾਲ ਨਿਕਲੇ ਹੋਏ ਨੇ ਉਹ ਸਵਾਲ ਨੂੰ ਤੁਸੀਂ ਫਿਰ ਦੇਖ ਲਓ ਵਧੀਆ ਤਰੀਕੇ ਦੇ ਨਾਲ, ਉਹਨਾਂ ਨੂੰ ਮਤਲਬ ਬਣਾ ਕੇ ਫਿਰ ਅਸੀਂ ਜ਼ਰੂਰ ਮਤਲਬ ਇੰਟਰਵਿਊ ਕਰਾਂਗੇ। ਠੀਕ ਹੈ, ਅੱਗੇ ਇਲੈਕਸ਼ਨ ਦੇਰ ਨਾਲ ਨਹੀਂ ਪਰ ਲੋਕ ਸਭਾ ਦੇ ਇਲੈਕਸ਼ਨ ਆ ਰਹੇ 2024, ਤੁਸੀਂ ਲੜ ਰਹੇ ਹੋ 2024 ਦੀ ਚੋਣ? ਨਹੀਂ ਜੀ, ਮੈਨੂੰ ਜਨਤਾ ਨੇ ਪਾਰਟੀ ਨੇ 5 ਸਾਲ ਵਾਸਤੇ ਮਤਲਬ ਬਣਾਇਆ ਹੈ। ਮੈਂ एक MLA बन के मैं खुश हाँ। हाँ ये मैं जरूर करांगा कि हाँ 4 साल की कारगुजारी तो बाद मेरी ये कोशिश रहेगी कि सिर्फ पंजाब ਦੇ ਵਿੱਚ ਹੀ ਨਹੀਂ, ਇੰਡੀਆ ਦੇ ਵਿੱਚ 4000 ਦੇ ਕਰੀਬ MLA ਹੁੰਦੇ ਨੇ। ਸਾਡਾ ਕੋਈ ਨਾ ਕੋਈ ਪੋਜੀਸ਼ਨ ਰਹੇਗੀ। ਜਦੋਂ MLA ਦੀ ਗੱਲ ਆਵੇ ਔਰ ਕਨਸਟੀਚੁਐਂਸੀ ਦੀ ਗੱਲ ਆਵੇ, ਸ਼ਹਿਰ ਦੀ ਗੱਲ ਆਵੇ, ਤੇ ਅੰਮ੍ਰਿਤਸਰ ਸ਼ਹਿਰ ਦਾ, ਅੰਮ੍ਰਿਤਸਰ ਨਾਰਥ ਕਨਸਟੀਚੁਐਂਸੀ ਦਾ ਤੇ ਕੁੰਵਰ ਵਿਜੇ ਪ੍ਰਤਾਪ MLA ਦਾ ਕੋਈ ਨਾ ਕੋਈ ਇੱਕ ਮਾਡਲ ਇੰਡੀਆ ਦੇ ਸਾਹਮਣੇ ਹੋਵੇ, ਇੰਡੀਆ ਦੇ ਸਾਹਮਣੇ। ਮੈਂ ਤਾਂ ਹੀ ਜਨਤਾ ਨੂੰ ਵੀ ਇਹੀ ਕਹਿੰਦਾ ਕਿ ਤੁਸੀਂ ਛੋਟੀਆਂ ਗੱਲਾਂ ਦੇ ਵਿੱਚ ਨਾ ਜਾਓ, ਅਸੀਂ ਵੱਡੇ ਲੈਵਲ ਤੇ ਕੰਮ ਕਰੀਏ ਤੇ ਇੱਕ ਵਧੀਆ ਇੱਕ ਟ੍ਰੈਂਡ ਸੈੱਟ ਕਰੀਏ। ਤੇ 5 ਸਾਲ
ਮੈਂ ਐਮਐਲਏ ਦੇ ਰੂਪ ਦੇ ਵਿੱਚ ਕੰਮ ਕਰਾਂਗਾ। ਮੇਰੀ ਕੋਈ ਇੱਛਾ ਨਹੀਂ ਹੈ ਕਿ ਹਾਂ ਮੈਂ ਐਮਪੀ ਦਾ ਇਲੈਕਸ਼ਨ, ਕਿਉਂਕਿ ਮੈਨੂੰ ਸਟੇਟ ਪੋਲਿਟਿਕਸ ਦੇ ਵਿੱਚ ਚੰਗਾ ਲੱਗਦਾ ਹੈ, ਸਟੇਟ ਪੋਲਿਟਿਕਸ ਦੇ ਵਿੱਚ ਹੀ ਰਹਾਂਗਾ। ਅੰਮ੍ਰਿਤਸਰ ਹੀ ਮੇਰਾ ਬੇਸ ਰਹੇਗਾ, ਇਸ ਕਰਕੇ ਮੈਂ ਐਮਪੀ ਇਲੈਕਸ਼ਨ ਦੇ ਬਾਰੇ ਕੋਈ ਵੀ ਵਿਚਾਰ ਨਹੀਂ ਕੀਤਾ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਗੱਲਬਾਤ ਕਰਨ ਲਈ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਪਾਰਟੀ ਦੇ ਅੰਦਰ ਨੇ, ਪਰ ਭਗਵੰਤ ਮਾਨ ਦੇ ਨਾਲ ਵੱਡੀ ਲੜਾਈ ਲੜ ਰਹੇ ਨੇ ਇੱਕ ਵੱਡੇ ਮੁੱਦੇ ਤੇ ਜੋ ਬੇਅਦਬੀ ਦੇ ਨਾਲ ਜੁੜਿਆ ਹੈ। ਇਹ ਸਲਾਹਾਂ ਪਾਰਟੀ ਨੂੰ ਜ਼ਰੂਰ ਦਿੰਦੇ ਨੇ, ਸਰਕਾਰ ਨੂੰ ਦਿੰਦੇ ਨੇ, ਪਰ ਅਜੇ ਤੱਕ ਅਮਲ ਨਹੀਂ ਹੋਇਆ। ਲੋਕ ਇਹਨਾਂ ਵੱਲ ਦੇਖ ਰਹੇ ਨੇ, ਸਰਕਾਰ ਵੱਲ ਦੇਖਦੇ ਨੇ। ਦੇਖਦੇ ਹਾਂ ਗੱਲ ਕਿੱਥੇ ਮੁੱਕਦੀ ਹੈ। ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗਾ? ਹਾਲਾਂਕਿ ਇਸ ਗੱਲਬਾਤ ਨੂੰ ਅਸੀਂ ਪਾਰਟ 2 'ਚ ਵੀ ਕੰਟੀਨਿਊ ਕਰਾਂਗੇ ਤੇ ਉਮੀਦ ਕਰਦੇ ਹਾਂ ਸਰ ਸਾਨੂੰ ਜ਼ਰੂਰ ਟਾਈਮ ਦੇਣਗੇ। ਤੁਹਾਨੂੰ ਇੰਟਰਵਿਊ ਕਿਵੇਂ ਲੱਗਾ ਤੇ ਅਗਰ ਤੁਹਾਡੇ ਵੀ ਕੋਈ ਸਵਾਲ ਨੇ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਲਿਖੋ ਤੇ ਅਗਲੀ ਵਾਰੀ ਮਿਲਾਂਗੇ ਤੇ ਇਹਨਾਂ ਨੂੰ ਜ਼ਰੂਰ ਪੁੱਛਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਪੰਜਾਬ ਤੱਕ। ਸਤਿ ਸ਼੍ਰੀ ਅਕਾਲ।